ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਸ਼ੁਰੂਆਤ ਕਰਦੇ ਹਾਂ ਅੱਜ ਆਪਾਂ ਆਪਣੇ ਪ੍ਰੈਪਰੇਸ਼ਨ ਦੇ ਡੇ 2 ਦੀ, ਜਿਹਦੇ ਵਿੱਚ ਆਪਾਂ ਕਰ ਰਹੇ ਹਾਂ NCERT ਜੀਓਗ੍ਰਾਫੀ ਲੈਕਚਰ 1। ਠੀਕ ਹੈ, ਅੱਜ ਆਪਾਂ NCERT ਜੀਓਗ੍ਰਾਫੀ ਸ਼ੁਰੂ ਕਰਾਂਗੇ। NCERT ਪੰਜਾਬੀ ਮੀਡੀਅਮ ਵਿੱਚ ਨਹੀਂ ਆਉਂਦੀਆਂ, ਪਰ ਇਸ ਪੂਰੇ ਮੀਡੀਅਮ ਦੇ ਥਰੂ ਆਪਾਂ ਜਿੰਨੇ ਵੀ ਕਨਸੈਪਟ ਹੈਗੇ ਆ ਆਪਾਂ ਨੂੰ ਜਿਹੜੇ ਚਾਹੀਦੇ ਆ ਤਿਆਰੀ ਲਈ, ਆਪਾਂ ਸਾਰੇ ਦੇ ਸਾਰੇ ਕਵਰ ਕਰਾਂਗੇ ਤਾਂ ਕਿ ਤੁਸੀਂ ਚੰਗੀ ਤਰ੍ਹਾਂ PCS ਦਾ ਵੀ ਪੇਪਰ ਦੇ ਸਕੋ ਤੇ UPSC ਦਾ ਵੀ ਪੇਪਰ ਜਿਹੜੇ ਪੰਜਾਬੀ ਮੀਡੀਅਮ ਦੇ ਸਟੂਡੈਂਟ ਉਹ ਦੇਣਾ ਚਾਹਣ ਦੇ ਸਕਣ। ਆਪਾਂ ਹਰ ਚੀਜ਼ ਪੰਜਾਬੀ ਵਿੱਚ ਪੜਾਂਗੇ ਇੱਥੇ। ਤਾਂ ਦੇਖੋ, ਆਪਾਂ ਪੂਰੇ ਭੂਗੋਲ ਦੀ ਜਾਂ ਪੂਰੀ ਜੀਓਗ੍ਰਾਫੀ ਦੀ ਸ਼ੁਰੂਆਤ ਬਿਲਕੁਲ ਹੀ ਬੇਸਿਕ ਟਰਮੀਨੋਲੋਜੀ, ਬੇਸਿਕ ਚੀਜ਼ਾਂ ਤੋਂ ਕਰਾਂਗੇ, ਜਿਹਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਚੀਜ਼ ਆਉਂਦੀ ਹੈ ਉਹ ਹੈਗਾ ਬ੍ਰਹਮਾਂਡ ਕੀ ਹੁੰਦਾ। ਦੇਖੋ, ਜਦ ਵੀ ਆਪਾਂ ਗੱਲ ਕਰਦੇ ਹਾਂ ਕਿ ਸਭ ਤੋਂ ਵੱਡੀ ਚੀਜ਼ ਦੁਨੀਆ ਵਿੱਚ ਕੀ ਹੈ, ਆਪਾਂ ਹਮੇਸ਼ਾ ਬ੍ਰਹਮਾਂਡ ਕਹਿੰਦੇ ਹਾਂ ਕਿ ਜਿੰਨਾ ਵੀ ਬ੍ਰਹਮਾਂਡ, ਯਾਨੀ ਕਿ ਇੰਗਲਿਸ਼ ਵਿੱਚ ਜਿਹਨੂੰ ਆਪਾਂ ਯੂਨੀਵਰਸ ਕਹਿੰਦੇ ਹਾਂ, ਤੇ ਮੈਂ ਨਾਲ ਇੰਗਲਿਸ਼ ਦਾ ਵਰਡ ਲਿਖ ਦਿੰਦਾ, ਠੀਕ ਹੈ, ਤਾਂ ਕਿ ਕਿਉਂਕਿ ਕਈ ਵਾਰੀ ਆਪਾਂ ਪੜ੍ਹਦੇ ਹੋਏ ਸੁਣਦੇ ਹੋਏ ਕਈ ਅੰਗਰੇਜ਼ੀ ਦੇ ਵੀ ਸ਼ਬਦ ਇੱਥੇ ਸੁਣਦੇ ਰਹਿੰਦੇ ਹੁੰਦੇ ਆ, ਨਿਊਜ਼ ਵਿੱਚ ਵੀ ਤੇ ਈਵਨ ਆਪਣੀ ਕਿਤਾਬਾਂ ਵਿੱਚ। ਤਾਂ ਮੈਂ ਨਾਲ ਨਾਲ ਕਈ ਵਰਡ ਥੋੜੇ ਲਿਖ ਦੂੰਗਾ ਤਾਂ ਕਿ ਆਪਣੀ ਕਾਮਨ ਅੰਡਰਸਟੈਂਡਿੰਗ ਬਣੀ ਰਹੇ। ਜਿਹੜਾ ਬ੍ਰਹਮਾਂਡ ਹੈ, ਹੁਣ ਇਹ ਤੋਂ ਮਤਲਬ ਕੀ ਹੈ, ਕਿਸ ਚੀਜ਼ ਨੂੰ ਆਪਾਂ ਬ੍ਰਹਮਾਂਡ ਕਹਿੰਦੇ ਆ। ਦੇਖੋ, ਸਭ ਤੋਂ ਸੌਖੀ ਜੇ ਮੈਂ ਲਾਈਨ ਇਹਦੇ ਲਈ ਕੋਈ ਯੂਜ਼ ਕਰ ਸਕਦਾ, ਉਹ ਹੈਗਾ ਬ੍ਰਹਮਾਂਡ ਹੁੰਦਾ ਹੈ ਜਿਹੜੀ ਤੁਹਾਡੀ ਗੈਲੈਕਸੀਜ਼ ਹੈ, ਗੈਲੈਕਸੀਆਂ ਦਾ ਸੰਗ੍ਰਹਿ। ਗੈਲੈਕਸੀਆਂ ਦਾ ਸੰਗ੍ਰਹਿ ਜਾਂ ਜਿਹਨੂੰ ਆਪਾਂ ਕਲੈਕਸ਼ਨ ਕਹਿੰਦੇ ਆ। ਦੇਖੋ, ਬੇਸਿਕਲੀ ਜਿੰਨੀਆਂ ਵੀ ਤੁਹਾਡੀਆਂ ਗੈਲੈਕਸੀਜ਼ ਹੈ ਸਾਰੀ ਦੁਨੀਆ ਦੇ ਅੰਦਰ, ਠੀਕ ਹੈ, ਸਾਰੇ ਬ੍ਰਹਮਾਂਡ ਦੇ ਅੰਦਰ, ਉਹ ਸਾਰਿਆਂ ਨੂੰ ਜੇ ਆਪਾਂ ਜੋੜ ਕੇ ਇਕੱਠੇ ਕਵਾਂਗੇ ਨਾ, ਫਿਰ ਉਸ ਚੀਜ਼ ਨੂੰ ਆਪਾਂ ਰੈਫਰ ਕਰਦੇ ਹਾਂ ਕਿ ਬ੍ਰਹਮਾਂਡ ਬਣ ਗਿਆ। ਇਹ ਤੋਂ ਕੀ ਮਤਲਬ ਹੈ ਤੇ ਬ੍ਰਹਮਾਂਡ ਦਿਖਦਾ ਕਿੱਦਾਂ ਦਾ, ਇਹਦੀਆਂ ਹੁਣੇ ਮੈਂ ਇਮੇजेस ਵੀ ਤੁਹਾਨੂੰ ਦਿਖਾਊਂਗਾ। ਤਾਂ ਬੇਸਿਕਲੀ ਜਿਹੜਾ ਬ੍ਰਹਮਾਂਡ ਹੈ, ਇਹਦੀ ਸ਼ੁਰੂਆਤ ਕਿੱਦਾਂ ਹੋਈ ਸੀ, ਇਹਦੇ ਬਾਰੇ ਮੈਂ ਥੋੜਾ ਜਿਹਾ ਤੁਹਾਨੂੰ ਇੱਥੇ ਪਹਿਲਾਂ ਦੱਸਣਾ ਚਾਹੁੰਦਾ, ਠੀਕ ਹੈ, ਫਿਰ ਹੌਲੀ ਹੌਲੀ ਬਾਕੀ ਚੀਜ਼ਾਂ ਬਾਰੇ ਵੀ ਦੱਸੂਗਾ। ਦੇਖੋ, ਇੱਕ ਤੁਹਾਡੀ ਥਿਊਰੀ ਹੈ ਬ੍ਰਹਮਾਂਡ ਦੀ ਕਿੱਦਾਂ ਬਣਿਆ। ਆਪਾਂ ਜਦੋਂ ਮੇਨ ਭੂਗੋਲ ਦਾ ਸਬਜੈਕਟ ਪੜਾਂਗੇ, ਜੀਓਗ੍ਰਾਫੀ ਦਾ ਸਬਜੈਕਟ ਪੜਾਂਗੇ, ਉਦੋਂ ਆਪਾਂ ਇਹਨੂੰ ਹੋਰ ਡਿਟੇਲ ਵਿੱਚ ਕਵਰ ਕਰਾਂਗੇ, ਇਸ ਪੂਰੀ ਥਿਊਰੀ ਨੂੰ, ਤੇ ਕਿੱਦਾਂ ਪੂਰੀ ਦੀ ਪੂਰੀ ਦੁਨੀਆ ਕਿੱਦਾਂ ਬਣੀ ਹੈ, ਧਰਤੀ ਕਿੱਦਾਂ ਬਣੀ ਆ, ਆਪਣਾ ਪੂਰਾ ਸੋਲਰ ਸਿਸਟਮ ਕਿੱਦਾਂ ਬਣਿਆ, ਇਹ ਹਰ ਚੀਜ਼ ਉੱਤੇ ਬਹੁਤ ਡਿਟੇਲ 'ਚ ਗੱਲ ਕਰਾਂਗੇ ਜਦੋਂ ਮੇਨ ਜੀਓਗ੍ਰਾਫੀ ਦਾ ਸਬਜੈਕਟ ਆਊਗਾ। NCERT ਵਿੱਚ ਆਪਾਂ ਸਭ ਤੋਂ ਪਹਿਲਾਂ ਹਜੇ ਬੇਸ ਬਣਾਉਣਾ, ਠੀਕ ਹੈ। ਤਾਂ ਇੰਗਲਿਸ਼ ਵਿੱਚ ਜਿਹਨੂੰ ਆਪਾਂ ਕਹਿੰਦੇ ਆ ਬਿਗ ਬੈਂਗ ਥਿਊਰੀ, ਬਿਗ ਬੈਂਗ ਥਿਊਰੀ ਪੰਜਾਬੀ ਵਿੱਚ ਵੱਡੇ ਧਮਾਕੇ ਦੀ ਥਿਊਰੀ। ਇਹ ਥਿਊਰੀ ਕੀ ਕਹਿੰਦੀ ਹੈ? ਦੇਖੋ, ਇਸ ਥਿਊਰੀ ਦਾ ਬੇਸ ਇਹ ਹੈ, ਮਤਲਬ ਇਹ ਥਿਊਰੀ ਪੂਰਾ ਐਕਸਪਲੇਨ ਕਰਦੀ ਹੈ ਤੇ ਦੁਨੀਆ ਦੀ ਸਭ ਤੋਂ ਜ਼ਿਆਦਾ ਮੰਨੀ ਜਾਣ ਵਾਲੀ ਥਿਊਰੀ ਹੈ ਕਿ ਕਿਸ ਤਰੀਕੇ ਨਾਲ ਆਪਣਾ ਪੂਰਾ ਦਾ ਪੂਰਾ ਬ੍ਰਹਮਾਂਡ ਬਣਿਆ ਕਿੱਦਾਂ। ਅੱਜ ਜੋ ਆਪਾਂ ਧਰਤੀ ਤੇ ਰਹਿ ਰਹੇ ਹਾਂ, ਆਸ-ਪਾਸ ਲਗਾਤਾਰ ਗ੍ਰਹਿ ਦੇਖ ਰਹੇ ਹਾਂ, ਹੁਣੇ ਤੁਸੀਂ ਨਿਊਜ਼ ਵਿੱਚ ਵੀ ਕੁਝ ਟਾਈਮ ਪਹਿਲਾਂ ਸੁਣਿਆ ਹੋਊਗਾ, ਇੱਕ ਜੇਮਸ ਵੈਬ ਟੈਲੀਸਕੋਪ ਕਰਕੇ ਆ, ਜਿਹਨੇ ਬਹੁਤ ਦੂਰ ਯੂਨੀਵਰਸ ਵਿੱਚ ਦੇਖਿਆ ਤੇ ਬਹੁਤ ਤਸਵੀਰਾਂ ਖਿੱਚੀਆਂ, ਬਹੁਤ ਸਾਰੇ ਗੈਸਸ ਦਿਖੀਆਂ, ਬਹੁਤ ਸਾਰੇ ਪਲੈਨਟਸ, ਬਹੁਤ ਸਾਰੀ ਗੈਲੈਕਸੀਜ਼ ਦਿਖੀਆਂ। ਇਹ ਬਣੇ ਕਿੱਦਾਂ, ਇਹ ਥਿਊਰੀ ਐਕਸਪਲੇਨ ਕਰਦੀ ਹੈ ਸਾਰੀ ਚੀਜ਼ ਨੂੰ। ਤਾਂ ਬੇਸਿਕਲੀ ਇਸ ਪੂਰੀ ਥਿਊਰੀ ਦੇ ਮੁਤਾਬਿਕ ਸਭ ਤੋਂ ਪਹਿਲਾਂ ਜਿੰਨਾ ਵੀ ਅੱਜ ਆਪਾਂ ਸਾਰਾ ਦਾ ਸਾਰਾ ਬ੍ਰਹਮਾਂਡ ਦੇਖਦੇ ਹਾਂ, ਇਹ ਇੱਕ ਸਿੰਗਲ ਡਾਟ ਸੀ, ਬਸ ਇੱਕ ਸਿੰਗਲ ਡਾਟ, ਠੀਕ ਹੈ, ਜਿਹਨੂੰ ਆਪਾਂ ਇਕਲੱਤਾ ਵੀ ਕਹਿ ਦਿੰਦੇ ਹਾਂ। ਇਕਲੱਤਾ ਯਾਨੀ ਕਿ ਸਿੰਗੂਲੈਰਿਟੀ। ਇਹਦਾ ਕੀ ਮਤਲਬ ਹੈ ਕਿ ਸਾਰੀ ਦੁਨੀਆ ਇੱਕ ਸਿੰਗਲ ਡਾਟ ਵਿੱਚ ਸਮਾਈ ਹੋਈ ਸੀ, ਸਾਰੀ ਜੁੜੀ ਪਈ ਸੀ, ਬੰਦ ਪਈ ਸੀ, ਇੱਕ ਡਾਟ ਵਿੱਚ ਪਈ ਸੀ। ਹੁਣ ਹੋਇਆ ਕਿ ਇੱਥੇ ਸਡਨਲੀ ਥੋੜਾ ਜਿਹਾ ਡਾਟ ਦੂਰ ਕਰਦਾ, ਸਡਨਲੀ ਆਹ ਜਿਹੜੀ ਚੀਜ਼ ਆ, ਅਚਾਨਕ ਇਹ ਚੀਜ਼ ਫੈਲਣੀ ਸ਼ੁਰੂ ਹੋ ਗਈ।
ਇਦਾਂ ਵਧਣੀ ਸ਼ੁਰੂ ਹੋ ਗਈ। ਆਹ ਜਿਹੜਾ ਧਮਾਕਾ ਹੋਇਆ ਕਿ ਆਹ ਇੱਕ ਜਿਹੜਾ ਇੱਕ ਲੱਤਾ ਸੀਗਾ, ਆਪਣੀ ਸਿੰਗੂਲੈਰਿਟੀ ਸੀ, ਇਹ ਅਚਾਨਕ ਹੀ ਵਧਣੀ ਸ਼ੁਰੂ ਹੋ ਗਈ। ਜੋ ਧਮਾਕਾ ਹੋਇਆ ਇਹ ਇਸ ਥਿਊਰੀ ਦਾ ਦਿੱਤਾ ਹੋਇਆ ਕਿ ਮਤਲਬ ਇਸ ਤਰੀਕੇ ਨਾਲ ਅਚਾਨਕ ਹੀ ਜਿਹੜਾ ਇੱਕ ਲੱਤਾ ਸੀਗਾ, ਇੱਕ ਡਾਟ ਸੀਗਾ, ਇਹ ਅਚਾਨਕ ਹੀ ਫਟਿਆ, ਇਹ ਫੈਲਣਾ ਸ਼ੁਰੂ ਹੋਇਆ। ਤੇ ਅੱਜ ਵੀ ਤੁਹਾਡਾ ਯੂਨੀਵਰਸ ਇਦਾਂ ਹੀ ਫੈਲਦਾ ਜਾ ਰਿਹਾ। ਇਹਦੇ ਅੰਦਰ ਨਵੀਆਂ ਗੈਲੈਕਸੀਜ਼ ਬਣਦੀਆਂ ਜਾ ਰਹੀਆਂ, ਠੀਕ ਹੈ। ਉਹ ਗੈਲੈਕਸੀਜ਼ ਦੇ ਅੰਦਰ ਨਵੇਂ ਪਲੈਨਟ ਬਣਦੇ ਜਾ ਰਹੇ, ਤੇ ਇਸ ਤਰੀਕੇ ਨਾਲ ਪੂਰਾ ਦਾ ਪੂਰਾ ਬ੍ਰਹਿਮੰਡ ਹਜੇ ਵੀ ਫੈਲਦਾ ਜਾ ਰਿਹਾ, ਕਿਉਂਕਿ ਇਹ ਧਮਾਕਾ ਹਜੇ ਵੀ ਖਤਮ ਨਹੀਂ ਹੋਇਆ, ਠੀਕ ਹੈ। ਮਤਲਬ ਇਸ ਪੂਰੀ ਥਿਊਰੀ ਨੂੰ ਜੇ ਮੈਂ ਤੁਹਾਨੂੰ ਵੈਸੇ ਦੱਸਾਂ ਇਹ ਕਿੱਥੇ ਤੱਕ ਜਾਂਦੀ ਹੈ, ਇਸ ਪੂਰੀ ਥਿਊਰੀ ਦਾ ਇਹ ਕਹਿਣਾ ਹੈ, ਇਹ ਤੋਂ ਪਤਾ ਵੀ ਚੱਲਦਾ ਇਨਸਾਨ ਐਕਚੁਅਲੀ, ਇਨਸਾਨ ਦਾ ਇੱਕ ਅਸਤਿਤਵ ਰਹਿ ਕਿੱਥੇ ਗਿਆ, ਮਤਲਬ ਹੈ ਕਿੰਨਾ ਕੁ ਵੱਡਾ ਇਨਸਾਨ ਐਕਚੁਅਲੀ, ਜੋ ਆਪਾਂ ਕਹਿੰਦੇ ਆ ਕਿ ਅਸੀਂ ਆਹ ਕਰ ਗਏ। ਸਿੰਗੂਲੈਰਿਟੀ ਜਿਹੜੀ ਆਹ ਹੈਗੀ ਹੈ, ਜਿਹੜੀ ਇਕਲਤਾ ਹੈਗੀ ਹੈ, ਜਿਹੜੀ ਆ ਬਿਗ ਬੈਂਗ ਥਿਊਰੀ ਹੈ, ਇਹਦਾ ਕਹਿਣਾ ਸਭ ਕੁਝ ਇੱਕ ਡਾਟ ਦੇ ਅੰਦਰ ਸੀ, ਬਸ ਇੱਕ ਛੋਟਾ ਜਿਹਾ ਐਟਮ ਸੀਗਾ, ਉਹਦੇ ਅੰਦਰ ਸਾਰੀ ਦੁਨੀਆ ਸਮਾਈ ਹੋਈ ਸੀ। ਇਹ ਫਟਿਆ, ਸਾਰੀ ਚੀਜ਼ਾਂ ਫੈਲਣ ਲੱਗੀਆਂ ਤੇ ਅੱਜ ਬ੍ਰਹਿਮੰਡ ਏਡਾ ਵੱਡਾ ਹੋ ਗਿਆ। ਇਸ ਤੋਂ ਬਾਅਦ ਇਹਦਾ ਜੋ ਐਂਡ ਆ ਉਹ ਇਹ ਹੈ ਕਿ ਇਦਾਂ ਪਹਿਲਾਂ ਵੀ ਹੋ ਚੁੱਕਿਆ ਕਿ ਇਦਾਂ ਇਹ ਪਹਿਲਾਂ ਫੈਲਦਾ ਹੈ, ਫਿਰ ਇੱਕ ਪੁਆਇੰਟ ਤੱਕ ਇਹ ਫੈਲੂਗਾ, ਫਿਰ ਸਭ ਕੁਝ ਸਡਨਲੀ ਵਾਪਸ ਆ ਕੇ ਬੰਦ ਹੋ ਜਾਂਦਾ ਹੈ, ਉਹ ਫਿਰ ਇੱਕ ਡਾਟ ਬਣ ਜਾਊਗਾ। ਯਾਨੀ ਕਿ ਅੱਜ ਤੋਂ ਅਰਬਾਂ ਕਰੋੜਾਂ ਸਾਲ ਬਾਅਦ ਇੱਕ ਇਦਾਂ ਦਾ ਫੇਜ਼ ਆਊਗਾ ਜਦੋਂ ਸਡਨਲੀ ਜਿੰਨਾ ਵੀ ਬ੍ਰਹਿਮੰਡ ਬਣਿਆ ਹੋਇਆ ਇਹ ਸਾਰਾ ਬੰਦ ਹੋ ਕੇ ਫਿਰ ਤੋਂ ਇੱਕ ਸਿੰਗਲ ਡਾਟ ਰਹਿ ਜਾਊਗਾ। ਇਸ ਤਰੀਕੇ ਨਾਲ ਇਹ ਸਾਰੀ ਦੀ ਸਾਰੀ ਚੀਜ਼, ਠੀਕ ਹੈ, ਕਲੀਅਰ ਹੈ। ਤਾਂ ਇਸ ਤਰੀਕੇ ਨਾਲ ਆਪਣਾ ਸਾਰਾ ਬ੍ਰਹਿਮੰਡ ਬਣਿਆ। ਹੁਣ ਜਿਹੜਾ ਬ੍ਰਹਿਮੰਡ ਹੈ, ਦੇਖੋ ਆਪਾਂ ਨੂੰ ਨਾ ਇੱਕ ਸਕੂਲ ਵਿੱਚ ਗਲਤ ਚੀਜ਼ ਪੜ੍ਹਾਈ ਹੋਈ ਹੈ। ਜ਼ਿਆਦਾਤਰ ਸਟੂਡੈਂਟ ਜਦੋਂ ਮੈਂ ਉਹਨਾਂ ਨੂੰ ਮਿਲਦਾ, ਉਹਨਾਂ ਤੋਂ ਇਹ ਸਵਾਲ ਪੁੱਛਦਾ, ਅਕਸਰ ਇਹਦਾ ਜਵਾਬ ਗਲਤ ਆਉਂਦਾ, ਤੇ ਗਲਤ ਇਸ ਲਈ ਆਉਂਦਾ ਕਿਉਂਕਿ ਇਹ ਚੀਜ਼ ਸਕੂਲਾਂ ਵਿੱਚ ਹੀ ਗਲਤ ਸਿਖਾਈ ਜਾਂਦੀ ਹੈ। ਸਕੂਲਾਂ ਵਿੱਚ ਅਕਸਰ ਸਿਖਾਇਆ ਜਾਂਦਾ ਹੈ ਕਿ ਜਿਹੜਾ ਆਪਣਾ ਸਪੇਸ ਹੈ, ਜਿਹੜੇ ਆਪਣੀ ਸਾਰੇ ਦੇ ਸਾਰਾ ਬ੍ਰਹਿਮੰਡ ਹੈ, ਇਹਦੇ ਬਿਲਕੁਲ ਹੀ ਖਾਲੀ ਪਿਆ, ਵੈਕਿਊਮ ਹੈ, ਇੱਥੇ ਕੋਈ ਹਵਾ ਨਹੀਂ ਹੈ, ਕੁਝ ਨਹੀਂ ਹੈ। ਇਹ ਜਿਹੜੀ ਚੀਜ਼ ਹੈ ਨਾ ਬਿਲਕੁਲ ਗਲਤ ਹੈ। ਆਪਣਾ ਬ੍ਰਹਿਮੰਡ ਹਵਾ ਨਾਲ ਭਰਿਆ ਪਿਆ, ਤੇ ਇਹਦੇ ਵਿੱਚ ਜਿਹੜਾ 90% ਏਰੀਆ ਜਿਹੜਾ ਕਵਰ ਕਰਕੇ ਰੱਖਿਆ ਹੋਇਆ ਨਾ, ਉਹ ਹਾਈਡਰੋਜਨ ਅਤੇ ਹੀਲੀਅਮ ਨੇ ਕਰਕੇ ਰੱਖਿਆ ਹੈ। ਹਾਈਡਰੋਜਨ ਤੇ ਹੀਲੀਅਮ ਨੇ ਕਰਕੇ ਰੱਖਿਆ ਹੈ। 90% ਦੁਨੀਆ ਦੇ ਅੰਦਰ, ਮਤਲਬ ਤੁਹਾਨੂੰ ਕਦੇ ਇਹ ਸਵਾਲ ਪੁੱਛਿਆ ਜਾਵੇ ਬ੍ਰਹਿਮੰਡ 'ਚ ਸਭ ਤੋਂ ਜ਼ਿਆਦਾ ਕਿਹੜੀ ਗੈਸ ਹੈ, ਉਹਦਾ ਜਿਹੜਾ ਜਵਾਬ ਹੋਊਗਾ ਉਹ ਹੈਗਾ ਹਾਈਡਰੋਜਨ ਤੇ ਹੀਲੀਅਮ। 90% ਪੂਰਾ ਬ੍ਰਹਿਮੰਡ ਇਹਨਾਂ ਨਾਲ ਹੀ ਬਣਿਆ ਹੋਇਆ। ਤੇ ਇਹਦਾ ਇੱਕ ਪਿੱਛੇ ਲੌਜਿਕ ਵੀ, ਉਹ ਵੀ ਬਿਗ ਬੈਂਗ ਤੋਂ ਹੀ ਆਉਂਦਾ ਹੈ। ਬਿਗ ਬੈਂਗ ਥਿਊਰੀ ਨੇ ਸਾਬਿਤ ਕੀਤਾ ਹੋਇਆ ਹੈ ਕਿ ਕਿੱਦਾਂ ਸਾਰਾ ਦਾ ਸਾਰਾ ਬ੍ਰਹਿਮੰਡ ਇਹ ਦੋ ਗੈਸਸ ਨਾਲ ਭਰਿਆ ਹੋਇਆ। ਦੇਖੋ ਜਿਹੜੀ ਹਾਈਡਰੋਜਨ ਹੈ ਨਾ, ਹਾਈਡਰੋਜਨ ਨੂੰ ਜੇ ਤੁਸੀਂ ਕਦੀ ਵੀ ਅੱਗ ਦੋਗੇ, ਲੈਟਸ ਸਪੋਜ਼ ਮੇਰੇ ਹੱਥ ਵਿੱਚ ਕਿਸ ਤਰੀਕੇ ਨਾਲ ਇੱਕ ਗੁਬਾਰੇ ਦੇ ਅੰਦਰ ਮੈਂ ਹਾਈਡਰੋਜਨ ਭਰ ਕੇ ਰੱਖੀ ਹੋਈ ਹੈ, ਜੇ ਉਸ ਗੁਬਾਰੇ ਨੂੰ ਮੈਂ ਹਲਕੀ ਜੀ ਹਵਾ ਦਿੱਤੀ ਨਾ, ਮਤਲਬ ਹਲਕੀ ਜੀ ਅੱਗ ਦਿੱਤੀ, ਸੌਰੀ ਹਵਾ ਤਾਂ ਆਲਰੇਡੀ ਹੈ, ਜੇ ਹਾਈਡਰੋਜਨ ਦੇ ਗੁਬਾਰੇ ਨੂੰ ਮੈਂ ਹਲਕੀ ਜੀ ਅੱਗ ਦਿੱਤੀ ਨਾ, ਉਹ ਸਿਰਫ ਫਟਦਾ ਨਹੀਂ ਆ, ਉਹ ਬੁਰੀ ਤਰੀਕੇ ਨਾਲ ਧਮਾਕਾ ਕਰੂਗਾ ਜਿਹੜਾ ਆਸ-ਪਾਸ ਸ਼ੀਸ਼ੇ ਤੱਕ ਤੋੜ ਸਕਦਾ ਹੈ, ਤੇ ਜੇ ਕਾਫੀ ਵੱਡਾ ਗੁਬਾਰਾ ਹੋਇਆ ਉਹ ਬਿਲਡਿੰਗ ਤੱਕ ਵੀ ਇੱਕ ਵਾਰੀ ਹਿਲਾ ਸਕਦਾ ਹੈ। ਹਾਈਡਰੋਜਨ ਹੱਦ ਤੋਂ ਜ਼ਿਆਦਾ ਤੇਜ਼ੀ ਨਾਲ ਜਲਦੀ ਹੈ, ਤੇ ਜੋ ਜਲਦੀ ਹੈ ਤਾਂ ਧਮਾਕਾ ਕਰਕੇ ਜਲਦੀ ਹੈ। ਤਾਂ ਇਸ ਤਰੀਕੇ ਨਾਲ ਹੀ ਮੰਨਿਆ ਜਾਂਦਾ ਕਿ ਜੋ ਬਿਗ ਬੈਂਗ ਦੀ ਵੀ ਸ਼ੁਰੂਆਤ ਹੋਈ ਹੈ, ਹਾਈਡਰੋਜਨ ਫਟੀ ਸਭ ਤੋਂ ਪਹਿਲਾਂ। ਹਾਈਡਰੋਜਨ ਦੇ ਜਦੋਂ ਐਟਮ ਫਟੇ, ਜਦੋਂ ਹਾਈਡਰੋਜਨ ਦੇ ਕਣ ਫਟੇ, ਤਾਂ ਆਪਣੇ ਆਪ ਹੀ ਸਾਡਾ ਸਾਰਾ ਯੂਨੀਵਰਸ ਅੱਗੇ ਫਟਦਾ ਫਟਦਾ ਹੋਰ ਧਮਾਕੇ ਹੁੰਦੇ ਹੀ ਜਾ ਰਹੇ, ਹਜੇ ਵੀ ਹੁੰਦੇ ਜਾ ਰਹੇ ਆ, ਤੇ ਹਜੇ ਵੀ ਅੱਗੇ ਵੱਧਦਾ ਜਾ ਰਿਹਾ। ਇਸ ਤਰੀਕੇ ਨਾਲ ਇਹ ਸਾਰੀ ਥਿਊਰੀ ਐਗਜ਼ਿਸਟ ਕਰਦੀ ਹੈ, ਠੀਕ ਹੈ। ਤੇ ਇਹਦਾ ਬੇਸ ਹੈ, ਤਾਂ ਹੀ ਪੂਰੀ ਦੁਨੀਆ ਵਿੱਚ, ਦੁਨੀਆ ਖਾਲੀ ਨਹੀਂ ਹੈ, ਤਾਂ ਹੀ ਤਾਂ ਜਦੋਂ ਆਪਾਂ ਆਪਣੀ ਸੈਟੇਲਾਈਟ ਇੰਨੀਆਂ ਦੂਰ ਭੇਜਦੇ ਹਾਂ, ਮੰਗਲਯਾਨ ਭੇਜਿਆ, ਠੀਕ ਹੈ, ਇਹ ਸਾਰੇ ਆਪਾਂ ਜਿੰਨੀਆਂ ਵੀ ਸੈਟੇਲਾਈਟ ਲਾਂਚ ਕਰੀ ਜਾ ਰਹੇ ਹਾਂ, ਇਹ ਅਲਟੀਮੇਟਲੀ ਸਿਗਨਲ ਜਿਹੜੀ ਆਪਣੀ ਧਰਤੀ ਤੱਕ ਆਪਾਂ ਨੂੰ ਸਾਰੇ ਮੈਸੇਜ ਇਹ ਭੇਜ ਰਹੇ ਆ, ਇਹ ਖਾਲੀ ਜਗ੍ਹਾ ਤੋਂ ਨਹੀਂ ਭੇਜ ਸਕਦੇ, ਇਹਨਾਂ ਨੂੰ ਹਵਾ ਚਾਹੀਦੀ ਹੈ। ਹਵਾ ਦੇ ਥਰੂ ਹੀ ਥੋੜੀਆਂ ਵੇਵਸ, ਕਿਰਨਾਂ ਧਰਤੀ ਤੱਕ ਪਹੁੰਚਣਗੀਆਂ, ਜਿਨ੍ਹਾਂ ਨੂੰ ਆਪਾਂ ਪੜ੍ਹ ਕੇ ਇਹ ਪਤਾ ਲਗਾ ਸਕਦੇ ਹਾਂ ਕਿ ਅੱਜ ਇੱਥੇ ਬੈਠੇ ਹੋਏ ਕਿ ਮੰਗਲ ਤੇ ਕੀ ਚੱਲ ਰਿਹਾ ਹੈ, ਠੀਕ ਹੈ। ਫਿਰ ਕਿਤੇ ਹੋਰ ਈਵਨ ਦੂਰ ਦੇ ਪਲੈਨਟ 'ਤੇ ਆਪਾਂ ਪਹੁੰਚ ਚੁੱਕੇ ਹਾਂ,
जुपिटर ला लो, यूरेनस ला लो, नैपट्यून लगा लो, सारे दे सारे प्लैनेट। वो आप हुणे थोड़े टाइम ड्रॉ भी करांगे सारा दा सारा सोलर सिस्टम, वो तो पढ़ते हैं। देखो हुण इस चीज दी डेफिनेशन ते एक सवाल जिहड़ा खड़ा हुंदा है वो हैगा, साफ करके लिखना, ये तो सवाल ये खड़ा हुंदा है कि गैलेक्सियां अपने आप च की है, अपने आप च गैलेक्सियां की है। तो गैलेक्सियां दा बारे आप जानिए। गैलेक्सियां की हुंदी है, ठीक है। ਹੁਣ ਜਿਹੜੀ ਗੈਲੈਕਸੀ ਚੀਜ਼ ਹੈ, ਵੈਸੇ ਮੈਂ ਤੁਹਾਨੂੰ ਪਹਿਲਾਂ ਇੱਕ ਯੂਨੀਵਰਸ ਦਾ ਵੀ ਫੋਟੋ ਦਿਖਾ ਦਾਂ। ਦੇਖੋ ਯੂਨੀਵਰਸ ਦਿਖਦਾ ਕਿੱਦਾਂ, ਗੈਲੈਕਸੀ ਦੁਨੀਆ 'ਚ ਇੱਕ ਨਹੀਂ ਹੈ। ਆ ਦੇਖੋ ਇੱਕ ਆਹ ਪੂਰੀ ਦੀ ਪੂਰੀ ਦੁਨੀਆ ਦੀ ਇੱਕ ਫੋਟੋ ਹੈ, ਕਿਸ ਤਰੀਕੇ ਨਾਲ ਸਾਰੀਆਂ ਆ ਜਿਹੜੇ ਤੁਹਾਨੂੰ ਇੱਥੇ ਡਾਟ ਡਾਟ ਦਿਖਾਈ ਦੇ ਰਹੇ ਆ ਨਾ, ਇਹ ਸਾਰੇ ਦੇ ਸਾਰੇ ਅੱਡ-ਅੱਡ ਗੈਲੈਕਸੀਆਂ। ਆ ਕੋਈ ਗੈਲੈਕਸੀ ਆ, ਕੋਈ ਗੈਲੈਕਸੀ ਆ, ਕੋਈ ਗੈਲੈਕਸੀ ਆ, ਕੋਈ ਗੈਲੈਕਸੀ ਆ, ਆ ਕੋਈ। ਤੇ ਜੇ ਤੁਸੀਂ ਧਿਆਨ ਨਾਲ ਦੇਖੋਗੇ ਇਹਨਾਂ ਸਾਰਿਆਂ ਦੀ ਸ਼ੇਪ ਵੀ ਅੱਡ-ਅੱਡ ਹੈ, ਠੀਕ ਹੈ। ਇਹਦੀ ਸ਼ੇਪ ਦੇਖੋ, ਇਹਦੀ ਸ਼ੇਪ ਦੇਖੋ, ਇੱਕ ਡਿਸਕ ਵਾਂਗ ਬਣੀ ਹੋਈ ਹੈ, ਆ ਥੋੜੀ ਲੰਬੀ ਖਿੱਚੀ ਹੋਈ ਹੈ, ਆ ਥੋੜੀ ਦੇਖੋ ਖਿਲਰੀ ਜੀ ਪਈ ਹੈ। ਇਸ ਤਰੀਕੇ ਨਾਲ ਇਹ ਅੱਡ-ਅੱਡ ਸ਼ੇਪ ਵਿੱਚ ਵੀ ਹੈਗੀਆਂ ਤੇ ਇਹ ਸਾਰੀਆਂ ਮਤਲਬ ਇਸ ਤਰੀਕੇ ਨਾਲ ਹੀ ਦਿਖਦੀਆਂ। ਤਾਂ ਜੇ ਮੈਂ ਪੂਰਾ ਬ੍ਰਹਿਮੰਡ ਦੇਖੂੰਗਾ, ਜੇ ਮੈਂ ਦੂਰ ਤੱਕ ਪੂਰਾ ਬ੍ਰਹਿਮੰਡ ਦੇਖਣ ਜਾਵਾਂ, ਮੈਨੂੰ ਬ੍ਰਹਿਮੰਡ ਕੁਛ ਇਦਾਂ ਦਾ ਦਿਖੂਗਾ ਜਿਹਦੇ ਅੰਦਰ ਮੈਨੂੰ ਦੂਰੋਂ ਦੀ ਗੈਲੈਕਸੀਆਂ ਹੀ ਗੈਲੈਕਸੀਆਂ ਦਿਖ ਰਹੀਆਂ। ਤਾਂ ਸਭ ਤੋਂ ਵੱਡਾ ਯੂਨਿਟ ਬ੍ਰਹਿਮੰਡ ਹੈ। ਬ੍ਰਹਿਮੰਡ ਦੇ ਅੰਦਰ ਹੁਣ ਗੈਲੈਕਸੀਆਂ, ਆਪਾਂ ਹੌਲੀ ਹੌਲੀ ਅੰਦਰ ਅੰਦਰ ਜਾਵਾਂਗੇ ਕੀ ਹੈ, ਜਦ ਤੱਕ ਆਪਾਂ ਆਪਣੀ ਧਰਤੀ ਤੱਕ ਨਹੀਂ ਪਹੁੰਚ ਜਾਂਦੇ, ਠੀਕ ਹੈ। ਹੁਣ ਇਸੇ ਲਈ ਇੱਥੇ ਜਿਹੜੀ ਅਗਲੀ ਟਰਮੀਨੋਲੋਜੀ ਹੈ, ਜਿਹੜੀ ਚੀਜ਼ ਆਂਦੀ ਉਹ ਹੈਗੀ ਹੈ ਕਿ ਗੈਲੈਕਸੀ ਕੀ ਹੁੰਦੀ ਹੈ। ਦੇਖੋ ਜਦ ਵੀ ਆਪਾਂ ਗੈਲੈਕਸੀ ਰੈਫਰ ਕਰਦੇ ਹਾਂ, ਆਪਾਂ ਕਿਸ ਚੀਜ਼ ਨੂੰ ਇੱਥੇ ਪੜ੍ਹਦੇ ਹਾਂ ਜਾਂ ਕਿਸ ਚੀਜ਼ ਨੂੰ ਆਪਾਂ ਰੈਫਰ ਕਰ ਰਹੇ ਹਾਂ। ਇੱਕ ਮਿੰਟ ਦਿਓ, ਨਾਲ ਇੱਕ ਫੋਟੋ ਵੀ ਓਪਨ ਕਰਤਾ ਮੈਂ, ਤਿਆਰ ਕਰ ਦੇਣਾ ਮੈਂ ਫੋਟੋ ਫਿਰ ਉਹ ਚੀਜ਼। ਹਾਂ ਦੇਖੋ ਗੈਲੈਕਸੀਜ਼ ਦੀ ਸਭ ਤੋਂ ਸਿੰਪਲ ਜਿਹੜੀ ਡੈਫੀਨੇਸ਼ਨ ਹੈ, ਗੈਲੈਕਸੀ ਇੱਕ ਸਟਾਰ ਸਿਸਟਮ ਦਾ ਸੰਗ੍ਰਹਿ। ਹੁਣ ਸਭ ਤੋਂ ਪਹਿਲੀ ਜਿਹੜੀ ਚੀਜ਼ ਮੈਂ ਪੜ੍ਹੀ ਇਹਦੇ ਅੰਦਰ ਉਹ ਇਹ ਸੀ ਕਿ ਬ੍ਰਹਿਮੰਡ ਕੀ ਹੈ। ਬ੍ਰਹਿਮੰਡ ਦੇ ਅੰਦਰ ਹੁਣ ਮੈਂ ਕਹਿ ਰਿਹਾ ਕਿ ਗੈਲੈਕਸੀਆਂ ਕੀ ਹੈ, ਗੈਲੈਕਸੀਆਂ ਸਟਾਰ ਸਿਸਟਮ ਦਾ ਇੱਕ ਸੰਗ੍ਰਹਿ। ਹੁਣ ਇਹ ਤੋਂ ਕੁਐਸਚਨ ਆਂਦਾ, ਸਟਾਰ ਜਾਂ ਜਿਹਨੂੰ ਆਪਾਂ ਤਾਰਾ ਕਹਿੰਦੇ ਆ, ਉਹ ਹੈ ਕੀ, ਠੀਕ ਹੈ। ਮਤਲਬ ਹੁਣ ਇੱਕ ਚੀਜ਼ ਦਾ ਆਪਾਂ ਕੰਪੈਰੀਜ਼ਨ ਇੱਥੇ ਕਰਦੇ ਹਾਂ ਤੇ ਉਸ ਚੀਜ਼ ਤੋਂ ਆਪਾਂ ਦੇਖਦੇ ਹਾਂ ਕਿ ਸਟਾਰ ਨੂੰ ਸਮਝਣ ਲਈ ਸਟਾਰ ਹੁੰਦਾ ਕੀ ਹੈ। ਉਹ ਸਮਝਣ ਤੋਂ ਪਹਿਲਾਂ ਆਪਾਂ ਨੂੰ ਇਹ ਦੇਖਣਾ ਜ਼ਰੂਰੀ ਹੈ, ਦੋ ਚੀਜ਼ਾਂ 'ਚ ਆਪਾਂ ਜੇ ਫਰਕ ਦੇਖੀਏ, ਇੱਕ ਆਪਣਾ पेज इधर उधर हो गए सही। हाँ एक पासे जे मैं तारा कंसिडर करा, एक तारा की हुंदा है ते दूजे पासे मैं कहां अगे अपन पढ़न च, क्योंकि डेफिनेशन करनी है, तो एक ग्रह की हुंदा है। एक तारा यानी कि स्टार, एक ग्रह यानी कि प्लैनेट। ये दोनों विच फर्क की है, किस चीज ਨੂੰ ਕਹੋਗੇ ਕਿ ਹਾਂ ਆ ਚੀਜ਼ ਤਾਰਾ ਤੇ ਆ ਚੀਜ਼ ਗ੍ਰਹਿ। ਦੇਖੋ ਅਲਟੀਮੇਟਲੀ ਹੈਗੇ ਦੋਨੋਂ ਦੇ ਦੋਨੋਂ ਪੱਥਰ ਹੀ ਹੈ, ਤਾਂ ਇਹ ਦੋਨੋਂ ਪੱਥਰਾਂ ਵਿੱਚ ਫਰਕ ਕੀ ਹੈ, ਕਿੱਥੇ ਫਰਕ ਆਂਦਾ। ਜਿਹੜਾ ਤਾਰਾ ਹੁੰਦਾ ਹੈ, ਤਾਰੇ ਦੀ ਇਹੀ ਚੀਜ਼ ਅੱਡ ਹੈ ਕਿ ਉਹਨਾਂ ਦੀ
अपनी रोशनी हुंदी है। उन्हां दी अपनी रोशनी हुंदी है। ਜਿਹੜੇ ਗ੍ਰਹਿ ਹੈ, ਜਿੰਨੇ ਵੀ ਆਪਣੇ ਪਲੈਨਟ ਹੈ, ਉਹਨਾਂ ਦੀ ਆਪਣੀ ਖੁਦ ਦੀ ਕੋਈ ਰੋਸ਼ਨੀ ਨਹੀਂ ਹੁੰਦੀ। ਜਿਵੇਂ ਆਪਾਂ ਧਰਤੀ ਵੀ ਗ੍ਰਹਿ ਹੈ, ਪਲੈਨਟ ਹੈ। ਹੁਣ ਜਦੋਂ ਆਪਾਂ ਇਹਦੇ ਉੱਤੇ ਰਹਿੰਦੇ, ਦੇਖੋ ਆਪਣੀ ਖੁਦ ਦੀ ਤਾਂ ਕੋਈ ਲਾਈਟ ਨਹੀਂ ਹੈਗੀ, ਆਪਣੀ ਤਾਂ ਕੋਈ ਰੋਸ਼ਨੀ ਖੁਦ ਦੀ ਨਹੀਂ ਹੈਗੀ। ਰੋਜ਼ ਸਵੇਰੇ ਜਦੋਂ ਆਪਾਂ ਨੂੰ ਸੂਰਜ ਦਿਖਦਾ ਹੈ, ਸੂਰਜ ਦੀ ਰੋਸ਼ਨੀ ਆਪਾਂ ਨੂੰ ਆਉਂਦੀ ਹੈ, ਤਾਂ ਹੀ ਆਪਾਂ ਨੂੰ ਚਾਨਣ ਲੱਗਦਾ, ਨਹੀਂ ਤਾਂ ਨਹੀਂ ਲੱਗੂਗਾ। ਸੂਰਜ ਜਦੋਂ ਰਾਤੀ ਢਲ ਜਾਂਦਾ ਹੈ, ਸ਼ਾਮੀ ਢਲ ਜਾਂਦਾ, ਉਸ ਤੋਂ ਬਾਅਦ ਸਾਰਾ ਦਾ ਸਾਰਾ ਆਪਾਂ ਨੂੰ ਹਨੇਰਾ ਹੀ ਦਿਖਦਾ। ਤਾਂ ਗ੍ਰਹਿ ਦੀ ਆਪਣੀ ਖੁਦ ਦੀ ਰੋਸ਼ਨੀ ਨਹੀਂ ਹੁੰਦੀ। ਇਹ ਜਿਹੜੇ ਤਾਰੇ ਹੁੰਦੇ ਆ, ਤਾਰੇ ਦੇ ਪ੍ਰਕਾਸ਼ ਤੇ ਨਿਰਭਰ ਕਰਦਾ ਹੈ। ਠੀਕ ਹੈ, ਤਾਂ ਇਹ ਇਹਨਾਂ ਵਿੱਚ ਫਰਕ ਹੈ, ਜਿਹੜਾ ਤਾਰਾ ਤੇ ਇੱਕ ਗ੍ਰਹਿ ਹੈ, ਕਿ ਤਾਰੇ ਦੀ ਆਪਣੀ ਖੁਦ ਦੀ ਲਾਈਟ ਹੁੰਦੀ ਹੈ। ਇਹਦਾ ਜਿਵੇਂ ਆਪਾਂ ਆਪਣਾ ਐਗਜ਼ਾਮਪਲ, ਲੋਕਲ ਐਗਜ਼ਾਮਪਲ ਲਾ ਕੇ ਚੱਲੀਏ, ਲੋਕਲ ਵੀ ਚਲੋ ਬਹੁਤ ਕਿਲੋਮੀਟਰ ਦੂਰ ਹੈ। ਸੂਰਜ ਹੋਇਆ ਆਪਣਾ ਇੱਥੇ, ਜਿਹਨੂੰ ਆਪਾਂ ਅੰਗਰੇਜ਼ੀ ਵਿੱਚ ਸਨ ਕਹਿ ਦਿੰਦੇ ਹਾਂ। ਦੂਜੇ ਪਾਸੇ ਆਪਣੀ ਧਰਤੀ, ਇਹਦਾ ਐਗਜ਼ਾਮਪਲ ਹੋਈ। ਠੀਕ ਹੈ, ਜਿਹੜੀ ਆਪਣੀ ਅਰਥ ਹੋਈ। ਤਾਂ ਤਾਰੇ ਦੀ ਆਪਣੀ ਖੁਦ ਦੀ ਰੋਸ਼ਨੀ ਹੁੰਦੀ ਹੈ, ਤੇ ਜਿਹੜੇ ਗ੍ਰਹਿ ਹੈ ਉਹਨਾਂ ਦੀ ਆਪਣੀ ਖੁਦ ਦੀ ਰੋਸ਼ਨੀ ਨਹੀਂ ਹੁੰਦੀ। ਇਹ ਤਾਰਿਆਂ ਦੀ ਰੋਸ਼ਨੀ ਤੇ ਡਿਪੈਂਡ ਕਰਦੇ ਆ, ਤਾਂ ਹੀ ਇਹਨਾਂ ਤੇ ਚਾਨਣ ਆਊਗਾ, ਨਹੀਂ ਤਾਂ ਨਹੀਂ ਆਊਗਾ। ਇਸੇ ਲਈ ਜਿਹੜੀ ਗਲੈਕਸੀ ਹੈ, ਗਲੈਕਸੀ ਨੂੰ ਆਪਾਂ ਕਹਿੰਦੇ ਸਟਾਰ ਸਿਸਟਮ ਦਾ ਸੰਗ੍ਰਹਿ, ਯਾਨੀ ਕਿ ਗਲੈਕਸੀ ਦੇ ਅੰਦਰ ਬਹੁਤ ਸਾਰੇ ਤਾਰੇ ਹੁੰਦੇ ਆ। ਠੀਕ ਹੈ, ਜਿਵੇਂ ਮੈਂ ਆਪਣੀ ਗੱਲ ਕਰਾਂ, ਆਪਣੀ ਜਿਹੜੀ ਗਲੈਕਸੀ ਹੈ ਜਿਹਦੇ ਅੰਦਰ ਆਪਾਂ ਰਹਿੰਦੇ ਆ, ਉਹਨੂੰ ਆਪਾਂ ਕਹਿੰਦੇ ਆ ਆਕਾਸ਼ ਗੰਗਾ। ਠੀਕ ਹੈ, ਇੰਗਲਿਸ਼ ਵਿੱਚ ਮਿਲਕੀ ਵੇ ਗੈਲੈਕਸੀ, ਆਕਾਸ਼ ਗੰਗਾ ਜਾਂ ਮਿਲਕੀ ਵੇ ਗੈਲੈਕਸੀ। ਤਾਂ ਬੇਸਿਕਲੀ ਜਿਹੜੀ ਆਹ ਆਕਾਸ਼ ਗੰਗਾ ਹੈਗੀ ਆਪਣੀ ਮਿਲਕੀ ਵੇ ਗੈਲੈਕਸੀ ਜਿਹੜੀ ਹੈਗੀ ਹੈ, ਇਹਦੇ ਅੰਦਰ ਸਿਰਫ ਸੂਰਜ ਇੱਕ ਤਾਰਾ ਨਹੀਂ ਹੈ। ਆਪਾਂ ਮਿਲਕੀ ਵੇ ਗੈਲੈਕਸੀ ਦੇ ਅੰਦਰ ਰਹਿੰਦੇ ਆ, ਪਰ ਆਪਣਾ ਕੱਲਾ ਇੱਕ ਤਾਰਾ ਨਹੀਂ, ਆਪਣਾ ਸਨ ਸਿਰਫ ਇੱਕ ਹਜ਼ਾਰਾਂ ਵਿੱਚੋਂ ਇੱਕ ਤਾਰਾ ਹੈ। ਆਹ ਦੇਖੋ, ਆਹ ਫੋਟੋ ਹੈਗੀ ਹੈ ਮਿਲਕੀ ਵੇ ਗੈਲੈਕਸੀ ਦੀ। ਹੁਣ ਇਸ ਮਿਲਕੀ ਵੇ ਗੈਲੈਕਸੀ ਨੂੰ ਤੁਸੀਂ ਦੇਖੋਗੇ, ਜਿੰਨੇ ਛੋਟੇ ਛੋਟੇ ਚਿੱਟੇ ਚਿੱਟੇ ਡਾਟ ਦਿਖ ਰਹੇ ਹਨ ਨਾ, ਇਹ ਸਾਰੇ ਦੇ ਸਾਰੇ ਤੁਹਾਡੇ ਤਾਰੇ ਆ। ਠੀਕ ਹੈ, ਤਾਂ ਆਹ ਦੇਖੋ, ਇੱਥੇ ਹਜ਼ਾਰਾਂ ਲੱਖਾਂ ਤਾਰੇ ਤੁਹਾਨੂੰ ਆਸ-ਪਾਸ ਚਮਕਦੇ ਦਿਖਣਗੇ, ਹਰ ਪਾਸੇ ਤਾਰੇ ਤਾਰੇ ਆ। ਆਪਣੀ ਜਿਹੜੀ ਮਿਲਕੀ ਵੇ ਗੈਲੈਕਸੀ ਹੈ, ਇਹ ਗੋਲ ਸ਼ੇਪ ਵਿੱਚ ਨਹੀਂ ਹੈ। ਜੇ ਤੁਸੀਂ ਇਸ ਫੋਟੋ ਨੂੰ ਧਿਆਨ ਨਾਲ ਦੇਖੋਗੇ, ਇਹ ਸਾਰੀ ਦੀ ਸਾਰੀ ਫੋਟੋ ਜਿਹੜੀ ਹੈ, ਦੇਖੋ ਇੱਥੇ ਆਹ ਸਾਰੇ ਦੇ ਸਾਰੇ ਜਿਹੜੇ ਤਾਰੇ ਆ, ਇਹ ਹੌਲੀ ਹੌਲੀ ਨਾ ਘੁੰਮਦੇ ਹੋਏ ਆ ਬਿਲਕੁਲ ਸੈਂਟਰ ਵੱਲ ਨੂੰ ਜਾ ਰਹੇ, ਬਿਲਕੁਲ ਸੈਂਟਰ ਜਾ ਕੇ ਇੱਥੇ ਜਾ ਕੇ ਮਿਲ ਰਹੇ। ਠੀਕ ਹੈ, ਤਾਂ ਇਹ ਜਿਹੜੀ ਸ਼ੇਪ ਹੁੰਦੀ ਹੈ ਨਾ, ਇਹਨੂੰ ਇੰਗਲਿਸ਼ ਵਿੱਚ ਸਪਾਇਰਲ ਕਹਿੰਦੇ ਆ, ਤੇ ਪੰਜਾਬੀ ਵਿੱਚ ਇਸ ਸ਼ੇਪ ਨੂੰ ਜਿਹੜੀ ਇਦਾਂ ਘੁੰਮ ਘੁੰਮ ਕੇ ਸੈਂਟਰ ਵੱਲ ਜਾਂਦੀ ਹੈ, ਇਹਨੂੰ ਆਪਾਂ ਕਹਿੰਦੇ ਆ ਚੂੜੀਦਾਰ। ਤਾਂ ਆਪਣੀ ਜਿਹੜੀ ਆਕਾਸ਼ ਗੰਗਾ ਹੈਗੀ ਆ, ਉਹ ਚੂੜੀਦਾਰ ਸ਼ੇਪ ਵਿੱਚ ਹੈ, ਜਿਹਦੇ ਅੰਦਰ ਸਾਰੇ ਤਾਰੇ, ਦੇਖੋ ਇਦਾਂ ਨਹੀਂ ਹੈ ਆਪਾਂ ਜਿਵੇਂ ਮੰਨਦੇ ਆ ਕਿ ਸੂਰਜ ਇੱਕੋ ਜਗ੍ਹਾ ਖੜਾ ਹੈ। ਇਦਾਂ ਨਹੀਂ ਹੈ ਕਿ ਸੂਰਜ ਇੱਕੋ ਜਗ੍ਹਾ ਖੜਾ ਹੈ। ਸੂਰਜ ਆਹ ਵਾਲਾ ਚਿੱਟਾ ਤਾਰਾ ਮੰਨ ਲਓ ਕਿ ਆਹ ਸੂਰਜ ਹੈ। ਸੂਰਜ ਨੇ ਕੀ ਕਰਨਾ, ਹੌਲੀ 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 ਅੱਗੇ ਵੱਧਦੇ ਜਾਣਾ ਹੈ, ਵੱਧਦੇ ਵੱਧਦੇ ਘੁੰਮਦੇ ਘੁੰਮਦੇ ਇੱਕ ਟਾਈਮ ਆਊਗਾ, ਆਪਣਾ ਸੂਰਜ ਵੀ ਆਹ ਬਿਲਕੁਲ ਸੈਂਟਰ ਵਾਲੇ ਇਲਾਕੇ 'ਚ ਪਹੁੰਚ ਜਾਊਗਾ। ਜੇ ਤੁਸੀਂ ਇਹ ਸੈਂਟਰ ਵਾਲੇ ਇਲਾਕਾ ਦੇਖੋ, ਇੱਕ ਤਾਂ ਆਹ ਬਹੁਤ ਹੀ ਚਮਕੀਲਾ ਹੈ, ਹੱਦ ਤੋਂ ਜ਼ਿਆਦਾ ਰੋਸ਼ਨੀ ਆ ਰਹੀ ਹੈ ਵਿੱਚੋਂ। ਠੀਕ ਹੈ, ਇੱਥੇ ਹੋ ਕੀ ਰਿਹਾ, ਇੱਕ ਤਾਂ ਇੱਥੇ ਤਾਰੇ ਇੱਕ ਦੂਜੇ ਦੇ ਬਹੁਤ ਹੀ ਕੋਲੇ ਕੋਲੇ ਆ ਗਏ ਆ, ਤਾਂ ਇਸ ਕਾਰਨ ਰੋਸ਼ਨੀ ਵੱਧ ਗਈ ਹੈ। ਦੂਜਾ ਹੁੰਦਾ ਕੀ ਹੈ, ਤਾਰੇ ਹੌਲੀ ਹੌਲੀ ਕੋਲੇ ਹੁੰਦੇ ਹੁੰਦੇ ਇੱਕ ਦੂਜੇ ਤੋਂ ਇੱਥੇ ਹੀ ਆ ਕੇ ਟਕਰਾ ਜਾਂਦੇ ਆ। ਜਦੋਂ ਟਕਰਾਣਗੇ, ਇੱਥੇ ਧਮਾਕਾ ਹੁੰਦਾ ਹੈ। ਧਮਾਕੇ ਹੋਣ ਕਾਰਨ ਹੀ ਇੰਨੀ ਜ਼ਿਆਦਾ ਰੋਸ਼ਨੀ ਹੋਈ ਪਈ ਹੈ।
यानी कि अज तो अरबों साल बाद ये भी है कि अपना जिहड़ा सूरज है एक टाइम ते जाके खत्म हो जाऊगा इदा विच जाके, मतलब ये अज तो अरबों साल दूर है हजे, पर एक दिन होगा जरूर। शेप याद रखियो, स्पायरल या जिन्हों आप चूड़ीदार शेप कहने हैं वो इस तरीके नाल इत्थे हो गया। ठीक है, आप बिल्कुल बेसिक तो कर रहे हैं ताकि ਆਪਾਂ ਨੂੰ ਜਦੋਂ ਜੀਓਗ੍ਰਾਫੀ ਪੜ੍ਹੀ ਜਾਵੇ ਤਾਂ ਚੰਗੀ ਤਰ੍ਹਾਂ ਸਮਝ ਆਵੇ। ਇਹ ਲੈਕਚਰਸ ਨੂੰ ਧਿਆਨ ਨਾਲ ਸੁਣਿਆ ਕਿਉਂਕਿ ਆਪਾਂ ਪਹਿਲਾਂ ਐਨਸੀਈਆਰਟੀ ਸਾਰੀਆਂ ਕਰਕੇ ਇੱਕ ਬੇਸ ਬਣਾਵਾਂਗੇ ਸਾਰੇ ਸਬਜੈਕਟਸ ਦਾ। ਫਿਰ ਇਹੀ ਬੇਸ ਉੱਤੇ ਜਦੋਂ ਆਪਾਂ ਮੇਨ ਕਿਤਾਬਾਂ ਸ਼ੁਰੂ ਕਰਾਂਗੇ, ਹੋਰ ਨੋਟਸ ਪੜ੍ਹਨੇ ਸ਼ੁਰੂ ਕਰਾਂਗੇ, ਆਪਾਂ ਨੂੰ ਆਪਣੇ ਆਪ ਹੀ ਚੀਜ਼ਾਂ ਜ਼ਿਆਦਾ ਬੈਟਰ ਆਉਂਦੀਆਂ ਹੋਣਗੀਆਂ। ठीक है, उदों ਆਪਾਂ फिर यही गल्लां नहीं करांगे ਉਹ किताबां ਦੇ अंदर कि एक ब्रह्मांड की ਹੁੰਦਾ, गैलेक्सी की ਹੁੰਦੀ है, क्योंकि ਉਹਨਾਂ ਨੂੰ ਮੰਨ ਕੇ ਚੱਲੇ ਜਾਊਗਾ ਕਿ ਤੁਸੀਂ ਇਹ ਲੈਕਚਰ ਦੇਖੇ ਹੋਏ ਆ, ਤੁਹਾਨੂੰ ਇਹਨਾਂ ਬਾਰੇ ਸਮਝ ਹੈ, ਫਿਰ ਆਪਾਂ ਅੱਗੇ ਗੱਲ ਕਰਾਂਗੇ। ठीक है, क्लियर है? ਤਾਂ ਆਪਣੀ ਆਕਾਸ਼ ਗੰਗਾ ਜਾਂ ਜਿਹਨੂੰ ਆਪਾਂ ਮਿਲਕੀ ਵੇ ਗੈਲੈਕਸੀ ਕਹਿੰਦੇ ਆ, ਉਹ ਆਪਣੀ ਗੈਲੈਕਸੀ ਹੈ। ਠੀਕ ਹੈ, ਹੁਣ ਗੈਲੈਕਸੀ ਤੋਂ ਅੱਗੇ ਕਿਹੜੀ ਚੀਜ਼ ਹੈ, ਗੈਲੈਕਸੀ ਤੋਂ ਅੱਗੇ ਕਿਹੜਾ ਯੂਨਿਟ ਪਿਆ? अगला सवाल खड़ा होंदा स्टार सिस्टम का की मतलब है। स्टार सिस्टम की होया? स्टार सिस्टम देखो हुण तारा एक कल्ला तो हुंदा नहीं, हुण जिवें अपना सूरज है, सूरज कल्ला तो है नहीं। ठीक है, सूरज दे नाल की है, जदों आपां सूरज की गल करते हैं, आपां सूरज बारे पढ़न बैठे हैं तां आपां अपने सूरज दे नाल जिन्ने भी ग्रह हैगे आ, जिन्ने भी ग्रहां दे अगे उपग्रह हैगे आ, फिर कॉमेट हैगे आ, फिर धूमरकेतु, फिर बहुत सारियां चट्टाना, फिर ईवन मिट्टी। देखो जिहड़ा अपना स्टार सिस्टम है, स्टार सिस्टम का मतलब हो गया जिन्ना अपना जिवें आप जिन्हों आप सोलर सिस्टम कह देने हैं, वो सारा का सारा सिस्टम आ गया। ठीक है, तो ये सारी की सारी चीज़ ये अंदर इत्थे आ गई। तो स्टार सिस्टम के अंदर की हुंदा, फिर आप इस चीज़ को डिटेल नाल पढ़ांगे। सब तो पहला एक कलैक्शन है ग्रहां दी उन्हां दे उपग्रहां दी मीटियोरॉइड चट्टाना धूड़ अते गैसां दा फिर तो कलैक्शन है, संग्रह। ठीक है, तो ग्रह उन्हां दे उपग्रह मिटियोरॉइड चट्टाना धूड़ अते गैसां दा संग्रह। मैं एक चीज विच लिखना भुल गया, ये तो पहला लिख देना। धूमकेतु, ठीक है, तो धूमकेतु हो गया, बाकी मेट्रोइड सब कुछ। हुण देखो ये चीज अगे पढ़न तो पहला आपां नूं थोड़ियां जिहियां होर चीज़ां भी नाल समझण दी लोड़ है। उस तो पहला कि आपां सारा सोलर सिस्टम बनाइए, आपां नूं कुछ बेसिक फैक्ट पढ़न दी लोड़ है, वो समझण दी लोड़ है। ठीक है,
फिर आप इस चीज वाल आवांगे। ਉਹਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਚੀਜ਼ ਜਿਹੜੀ ਆਪਾਂ ਸਮਝਣੀ ਹੈ ਉਹ ਹੈਗਾ ਰੋਟੇਸ਼ਨ ਕੀ ਹੁੰਦੀ ਹੈ ਤੇ ਦੂਜਾ ਜਿਹੜਾ ਮੋਸ਼ਨ ਹੁੰਦਾ ਹੈ ਹੁਣ ਆਪਾਂ ਕਹਿੰਦੇ ਆ ਸੌਰੀ ਦੂਜਾ ਹੋਇਆ ਜਿਹਨੂੰ ਆਪਾਂ ਕਹਿੰਦੇ ਆ ਚੱਕਰ। ਰੋਟੇਸ਼ਨ ਕੀ ਹੁੰਦਾ ਤੇ ਇੱਕ ਚੱਕਰ ਕੀ ਹੁੰਦਾ ਇਹਨੂੰ ਇੰਗਲਿਸ਼ ਵਿੱਚ ਗੱਲ ਕਰੀਏ ਰੋਟੇਸ਼ਨ ਤਾਂ ਚਲੋ ਅੰਗਰੇਜ਼ੀ ਵਿੱਚ ਵੀ ਚੱਕਿਆ ਹੋਇਆ ਰੋਟੇਸ਼ਨ ਹੋਇਆ ਤੇ ਚੱਕਰ ਦਾ ਮਤਲਬ ਹੈ ਰੈਵੋਲੂਸ਼ਨ। ਹੁਣ ਇਹ ਦੋ ਤਰੀਕੇ ਦੀਆਂ ਚੀਜ਼ਾਂ ਦੋ ਤਰੀਕੇ ਜਿੱਦਾਂ ਤੁਹਾਡੀ ਸਾਰੀ ਚੀਜ਼ਾਂ ਘੁੰਮਦੀਆਂ। ਹੁਣ ਆ ਪਹਿਲੀ ਚੀਜ਼ ਜਿਹੜੀ ਹੈ ਰੋਟੇਸ਼ਨ ਕਿ ਜਿਹੜੀ ਧਰਤੀ ਹੋਈ ਧਰਤੀ ਦੇ ਵਿੱਚੋਂ ਬਿਲਕੁਲ ਸੈਂਟਰ ਵਿੱਚੋਂ ਨਿਕਲਦਾ ਤੁਹਾਡਾ ਇਹ ਮਤਲਬ ਕੋਈ ਵੀ ਪਲਾਨਟ ਲਗਾ ਲਓ ਜਿਹਦੇ ਬਿਲਕੁਲ ਸੈਂਟਰ ਤੋਂ ਇੱਕ ਮੈਂ ਇਮੈਜਿਨਰੀ ਆਪਣੀ ਖੁਦ ਦੀ ਬਣਾਈ ਹੋਈ ਇੱਕ ਲਾਈਨ ਬਣਾਵਾਂ ਇਹਨੂੰ ਆਪਾਂ ਕਵਾਂਗੇ ਧੂਰਾ ਜਾਂ ਜਿਹਨੂੰ ਆਪਾਂ ਐਕਸਿਸ ਕਹਿੰਦੇ ਇੰਗਲਿਸ਼ ਚ। ਹੁਣ ਜਿਹੜੀ ਆ ਧੂਰਾ ਬਣ ਗਿਆ ਕਿਸੇ ਵੀ ਆਪਣੇ ਪਲੈਨਟ ਦਾ ਕਿਸੇ ਵੀ ਚੀਜ਼ ਦਾ ਇਹ ਬਿਲਕੁਲ ਸੈਂਟਰ ਆਬਜੈਕਟ ਹੋਇਆ। ਹੁਣ ਹੁੰਦਾ ਕੀ ਹੈ ਜੇ ਤੁਸੀਂ ਬਚਪਨ ਦੇਖਿਆ ਹੋਊਗਾ ਜਾਂ ਹਜੇ ਵੀ ਕਿਤੇ ਦੇਖਿਆ ਹੋਊਗਾ ਜਿਹੜੇ ਲਾਟੂ ਹੁੰਦੇ ਆ ਲਾਟੂ ਵੀ ਇਦਾਂ ਦੇ ਹੀ ਹੁੰਦੇ ਆ ਕਿ ਬੇਸਿਕਲੀ ਇੱਕ ਬਿਲਕੁਲ ਸੈਂਟਰ ਤੋਂ ਇੱਕ ਲਾਈਨ ਹੈ ਜੇ ਉਹ ਲਾਟੂ ਦੀ ਜਿਹੜੀ ਬਿਲਕੁਲ ਥੱਲੇ ਵਾਲੀ ਡੰਡੀ ਜੀ ਹੈ ਉਹਦੇ ਉੱਤੇ ਲਾਟੂ ਘੁੰਮਦਾ ਹੈ। ਲਾਟੂ ਦੇ ਉਹ ਬਿਲਕੁਲ ਸੈਂਟਰ ਤੋਂ ਲਾਈਨ ਨਿਕਲਦੀ ਹੈ ਉਹ ਜਿਹੜੀ ਲਾਈਨ ਨਿਕਲਦੀ ਹੈ ਲਾਟੂ ਉਹਦੇ ਉੱਤੇ ਹੀ ਘੁੰਮ ਰਿਹਾ ਹੁੰਦਾ ਹੈ। ਆ ਜਿਹੜੀ ਉਹਦੇ ਉੱਤੇ ਘੁੰਮਣਾ ਹੈਗਾ ਇਹਨੂੰ ਤੁਸੀਂ ਮੰਨ ਲਓ ਧੂਰਾ ਉਹਦਾ ਧੂਰੇ ਉੱਤੇ ਜਦੋਂ ਘੁੰਮ ਰਿਹਾ ਉਹਨੂੰ ਆਪਾਂ ਕਵਾਂਗੇ ਉਹ ਰੋਟੇਸ਼ਨ ਹੈ। ਉਹ ਰੋਟੇਸ਼ਨ ਹੋ ਰਹੀ ਹੈ ਉਹ ਇੱਕੋ ਜਗ੍ਹਾ ਤੇ ਖੜੇ ਖੜੇ ਜਿਹੜੀ ਚੀਜ਼ ਇਦਾਂ ਘੁੰਮੂਗੀ ਉਹਨੂੰ ਆਪਾਂ ਕਹਿੰਦੇ ਆ ਉਹ ਚੀਜ਼ ਰੋਟੇਸ਼ਨ ਵਿੱਚ ਹੈ। ਜਿਵੇਂ ਆਹ ਫੋਟੋ ਹੋ ਗਈ। ਹੁਣ ਇਸ ਫੋਟੋ ਦੇਖੋ ਜੇ ਇਸ ਫੋਟੋ ਦੇ ਬਿਲਕੁਲ ਸੈਂਟਰ ਤੋਂ ਮੈਂ ਕਿਦਾਂ ਧਰਤੀ ਦੇ ਬਿਲਕੁਲ ਸੈਂਟਰ ਤੋਂ ਆਹ ਲਾਈਨ ਕੱਢਦਾ ਠੀਕ ਹੈ ਆ ਧਰਤੀ ਦੇ ਬਿਲਕੁਲ ਸੈਂਟਰ ਤੋਂ ਇਦਾਂ ਇੱਕ ਲਾਈਨ ਕੱਢਦਾ ਤਾਂ ਧਰਤੀ ਇਦਾਂ ਇਹਦੇ ਚਾਰ ओर ਘੁੰਮ ਰਹੀ ਹੈ ਇਦਾਂ ਘੁੰਮ ਕੇ ਇਦਾਂ ਵਾਪਸ ਆ ਜਾਊਗੀ ਠੀਕ ਹੈ ਤੇ ਕਿਤੇ ਅੱਗੇ ਨਹੀਂ ਜਾ ਰਹੀ ਕਿਤੇ ਪਿੱਛੇ ਨਹੀਂ ਜਾ ਰਹੀ ਬਸ ਇੱਕੋ ਜਗ੍ਹਾ ਤੇ ਜੇ ਖੜੀ ਖੜੀ ਜਿਹੜੀ ਘੁੰਮ ਰਹੀ ਹੈ ਇਹਨੂੰ ਆਪਾਂ ਕਹਿੰਦੇ ਆ ਤੁਹਾਡਾ ਰੋਟੇਸ਼ਨ ਠੀਕ ਹੈ ਇਸ ਚੀਜ਼ ਨੂੰ ਆਪਾਂ ਕਹਿੰਦੇ ਆ ਰੋਟੇਸ਼ਨ। ਹੁਣ ਦੂਜਾ ਮੋਸ਼ਨ ਜਿਹੜਾ ਹੋਇਆ ਉਹਦੀ ਮੈਂ ਤੁਹਾਨੂੰ ਪਹਿਲਾਂ ਤਸਵੀਰ ਹੀ ਦਿਖਾ ਦੇਣਾ ਦੂਜਾ ਜਿਹੜਾ ਮੋਸ਼ਨ ਹੋਇਆ ਉਹ ਇਸ ਤਰੀਕੇ ਦਾ ਦਿਖਦਾ ਹੈ ਜਿਹੜਾ ਚੱਕਰ ਹੈ ਚੱਕਰ ਹਮੇਸ਼ਾ ਕਿਸੇ ਹੋਰ ਦੇ ਆਲੇ ਦੁਆਲੇ ਲੱਗਦਾ ਹੈ ਜਿਵੇਂ ਆਹ ਵਿੱਚ ਆਪਣੇ ਬਿਲਕੁਲ ਸੈਂਟਰ ਦੇ ਵਿੱਚ ਆਪਣਾ ਸੂਰਜ ਹੈ ਠੀਕ ਹੈ। ਹੁਣ ਸੂਰਜ ਦੇ ਆਸ-ਪਾਸ ਜਦੋਂ ਆਪਣੀ ਧਰਤੀ ਘੁੰਮ ਰਹੀ ਹੈ ਇਸ ਚੀਜ਼ ਨੂੰ ਕਵਾਂਗੇ ਕਿ ਆਪਣੀ ਜਿਹੜੀ ਧਰਤੀ ਹੈ ਇਹਦੇ ਆਸ-ਪਾਸ ਚੱਕਰ ਕੱਟ ਰਹੀ ਹੈ ਠੀਕ ਹੈ ਜਿਹਨੂੰ ਆਪਾਂ ਇੰਗਲਿਸ਼ ਚ ਰੈਵੋਲੂਸ਼ਨ ਵੀ ਕਹਿ ਦਿੰਦੇ ਆ ਜਾਂ ਪੰਜਾਬੀ ਜਿਵੇਂ ਚੱਕਰ ਜਿਹਨੂੰ ਆਪਾਂ ਰੈਫਰ ਕਰਾਂਗੇ। ਤਾਂ ਕਿਸੇ ਹੋਰ ਦੇ ਚਾਰੋਂ ओर ਘੁੰਮਣਾ ਜਿਵੇਂ ਆਹ ਸੂਰਜ ਦੇ ਚਾਰੋਂ ओर ਤੁਹਾਡੀ ਧਰਤੀ ਘੁੰਮ ਕੇ ਆ ਰਹੀ ਹੈ ਇਸੇ ਨੂੰ ਹੀ ਪੂਰਾ ਇੱਕ ਸਾਲ ਲੱਗਦਾ ਹੁੰਦਾ ਹੈ ਪੂਰਾ ਇੱਕ ਚੱਕਰ ਮਾਰਨ ਚ ਆਪਣੀ ਧਰਤੀ ਨੂੰ ਉਹਨੂੰ ਆਪਾਂ ਸਾਲ ਕਹਿ ਦਿੰਦੇ ਆ। ਜਿਹੜੀ ਇੱਕ ਸਿੰਗਲ ਜਦੋਂ ਆਪਣੀ ਉਹ ਰੋਟੇਸ਼ਨ ਹੈ ਉਹਨੂੰ ਆਪਾਂ ਇੱਕ ਦਿਨ ਕਹਿ ਦਿੰਦੇ ਹਾਂ। ਤਾਂ ਹੀ ਆਪਣੀ ਧਰਤੀ ਹੌਲੀ ਹੌਲੀ ਇੱਕ ਪਾਸੇ ਦੂਜੇ ਪਾਸੇ ਫਿਰ ਇਸ ਪਾਸੇ ਆ ਜਿਹੜਾ ਪੂਰਾ ਚੱਕਰ ਮਾਰਦੀ ਹੈ ਇਹਨੂੰ ਆਪਾਂ ਚੱਕਰ ਜਾਂ ਜਿਹਨੂੰ ਆਪਾਂ ਰੋਟੇਸ਼ਨ ਕਹਿੰਦੇ ਹਾਂ ਠੀਕ ਹੈ। ਸਿਰਫ ਧਰਤੀ ਨਹੀਂ ਕਰ ਰਹੀ ਜੇ ਹੁਣ ਮੈਂ ਇਸੇ ਚੀਜ਼ ਨੂੰ ਡਾਇਗਰਾਮ ਚ ਬਣਾ ਕੇ ਦਿਖਾਵਾਂ ਆਪਣਾ ਸੂਰਜ ਹੋਇਆ ਸੂਰਜ ਦੇ ਆਲੇ ਦੁਆਲੇ ਆਪਣੀ ਘੁੰਮ ਰਹੀ ਹੈ ਧਰਤੀ ਮੈਂ ਅੱਡ ਅੱਡ ਜਗ੍ਹਾ ਤੇ ਘੁੰਮਦੀ ਹੋਈ ਦਿਖਾ ਰਹੇ ਹਾਂ ਠੀਕ ਹੈ ਇੱਕ ਸਾਲ ਵਿੱਚ ਇਦਾਂ ਅੱਗੇ ਵੱਧਦੀ ਜਾਂਦੀ ਹੈ। ਹੁਣ ਇਹਦੇ ਧਰਤੀ ਦੇ ਆਲੇ ਦੁਆਲੇ ਆਪਣੇ ਘੁੰਮ ਰਿਹਾ ਤੁਹਾਡਾ ਚੰਦ ਠੀਕ ਹੈ
चंद, ठीक है। जेड़ा आहा की कहंदे इहनूं, हाँ जेड़ा चंद अपना ये अपना उपग्रह आ, ठीक है। क्योंकि देखो जेड़ी चीज सूरज दे एक तारे दे चारों ओर घूमूगी ਉਹਨੂੰ ਆਪਾਂ ਕਵਾਂਗੇ ਗ੍ਰਹਿ ਹੈ। ਉਹ ਜਿਹੜਾ ਇੱਕ ਗ੍ਰਹਿ ਦੇ ਚਾरों ओर ਘੁੰਮੂਗਾ ਉਹਨੂੰ ਆਪਾਂ ਕਵਾਂਗੇ ਉਪਗ੍ਰਹਿ। ਧਰਤੀ ਦੇਖੋ ਉਪਗ੍ਰਹਿ ਦੋ ਤਰੀਕੇ ਦੇ ਹੋ ਸਕਦੇ, ਇੱਕ ਹੋ ਸਕਦਾ ਨੈਚੁਰਲ ਉਪਗ੍ਰਹਿ ਦਾ ਮਤਲਬ ਹੁੰਦਾ ਸੈਟੇਲਾਈਟ। ਹੁਣ ਸੈਟੇਲਾਈਟ ਦੋ ਤਰੀਕੇ ਦੀ ਹੋ ਸਕਦੀ ਹੈ, ਇੱਕ ਹੈਗੀ ਹੈ ਕੁਦਰਤੀ ਜਿਹੜੀ ਕੁਦਰਤ ਨੇ ਬਣਾਈ ਹੈ, ਇੱਕ ਹੈਗੀ ਹੈ ਜਿਹੜੀ ਮਨੁੱਖੀ ਬਣਾਈ ਹੋਈ ਹੈ। ਹੁਣ ਕੁਦਰਤੀ ਆਪਣੀ ਸਿਰਫ ਇੱਕੋ ਹੀ ਉਪਗ੍ਰਹਿ ਹੈ, ਇੱਕੋ ਹੀ ਸੈਟੇਲਾਈਟ ਹੈ, ਉਹ ਹੈਗਾ ਆਪਣਾ ਚੰਨ। ਪਰ ਜਿਹੜੀ ਆਪਣੇ ਖੁਦ ਦੀ ਮਨੁੱਖਾਂ ਦੀ ਬਣਾਈ ਹੋਈ ਹੈ ਉਹ ਘੱਟੋ ਘੱਟ 3000 4000 ਉਪਗ੍ਰਹਿ ਆਪਣੇ ਧਰਤੀ ਦੇ ਚਾਰੋਂ ओर ਹਰ ਟਾਈਮ ਘੁੰਮ ਰਹੇ ਆ, ਆਪਣੇ ਇੱਥੋਂ ਦੀ ਰੀਡਿੰਗਸ ਲੈ ਰਹੇ ਆ, ਵੈਦਰ ਦੇਖ ਰਹੇ ਆ, ਹੋਰ ਆਪਣੀ ਫੌਜ ਯੂਜ਼ ਕਰਦੀ ਆ, ਇਹ ਸਾਰੀ ਚੀਜ਼ਾਂ ਲਈ ਉਹਨਾਂ ਨੂੰ ਆਪਾਂ ਇਸਤੇਮਾਲ ਕਰ ਰਹੇ ਹਾਂ। ਤਾਂ ਉਪਗ੍ਰਹਿ ਕੋਈ ਵੀ ਇਦਾਂ ਚੀਜ਼, ਉਪਗ੍ਰਹਿ ਦੀ ਡੈਫੀਨੇਸ਼ਨ ਇਹ ਹੋਈ ਕਿ ਉਪਗ੍ਰਹਿ ਕੋਈ ਵੀ ਇਦਾਂ ਦੀ ਚੀਜ਼ ਹੋਈ ਜਿਹੜੀ ਇੱਕ ਗ੍ਰਹਿ ਦੇ ਆਸ-ਪਾਸ ਘੁੰਮੂਗੀ, ਉਹਨੂੰ ਕਹਿੰਦੇ ਆਪਾਂ ਉਪਗ੍ਰਹਿ, ਠੀਕ ਹੈ। ਕਲੀਅਰ ਹੈ। ਹੁਣ ਜਿਹੜਾ ਆਹ ਦੇਖੋ ਆ ਜਿਹੜਾ ਗ੍ਰਹਿ ਨੇ ਆ ਪੂਰਾ ਰਸਤਾ ਲਿਆ ਜੀ ਤੇ ਉਹ ਸੂਰਜ ਦੇ ਚਾਰੋਂ ओर ਘੁੰਮ ਰਿਹਾ, ਇਹਨੂੰ ਆਪਾਂ ਕਹਿ ਦਿੰਦੇ ਆ ਕਿ ਉਹਦਾ ਘੇਰਾ, ਜਾਂ ਜਿਹਨੂੰ ਆਪਾਂ ऑर्बिट भी कह देने इंग्लिश विच, ऑर्बिट, ठीक है। क्लियर है। तो घेरा भी कह सकते हैं, ऑर्बिट भी कह सकते हैं। हुण आपां जिहड़ी आह डेफिनेशन पढ़ी है कि एक स्टार सिस्टम की हुंदा है ਜਿਹਦੇ ਅੰਦਰ ਆ ਸਾਰੀਆਂ ਚੀਜ਼ਾਂ ਹੁੰਦੀਆਂ, ਇਹਦੇ ਅੰਦਰ ਆਪਾਂ ਇਹ ਦੇਖ ਲਿਆ ਕਿ ਦੋ ਟਾਈਪ ਦੇ ਆਪਾਂ ਮੋਸ਼ਨ ਹਜੇ ਪੜ੍ਹੇ ਕਿ ਰੋਟੇਸ਼ਨ ਕੀ ਹੁੰਦਾ ਤੇ ਆਪਣਾ ਚੱਕਰ ਕੀ ਹੁੰਦਾ ਜਿਹਨੂੰ ਆਪਾਂ ਰੈਵੋਲੂਸ਼ਨ ਵੀ ਕਹਿੰਦੇ ਆ। ਹੁਣ ਇਹ ਜਿਹੜੀਆਂ ਦੋ ਚੀਜ਼ਾਂ ਹੈਗੀਆਂ, ਹੁਣ ਇਹਦੇ ਲਈ ਇੱਕ ਡਾਇਗਰਾਮ ਬਣਾਉਂਦੇ ਆ ਪੂਰੇ ਸੋਲਰ ਸਿਸਟਮ ਦਾ ਕਿ ਕਿਸ ਤਰੀਕੇ ਨਾਲ ਤੁਹਾਡਾ ਪੂਰਾ ਸੋਲਰ ਸਿਸਟਮ ਐਗਜ਼ਿਸਟ ਕਰਦਾ। ਆਪਾਂ ਵਿੱਚ ਸਭ ਤੋਂ ਸੈਂਟਰ ਸੂਰਜ ਬਣਾ ਦਿੰਦੇ ਆ। ਹੁਣ ਜਿਵੇਂ ਜਿਵੇਂ ਜਦ ਤੱਕ ਮੈਂ ਨਾਲ ਨਾਲ ਬਣਾ ਰਹੇ ਆ ਤੁਸੀਂ ਕਮੈਂਟ ਵਿੱਚ ਇਹ ਦੱਸ ਸਕੋ ਕਿ ਆਪਣੇ ਕਿੰਨੇ ਗ੍ਰਹਿ ਆ, ਪਹਿਲਾਂ ਕਿੰਨੇ ਗ੍ਰਹਿ ਹੁੰਦੇ ਸੀ, ਤੇ ਜੇ ਪਹਿਲਾਂ ਜ਼ਿਆਦਾ ਗ੍ਰਹਿ ਸੀ ਤਾਂ ਕਿਹੜਾ ਗ੍ਰਹਿ ਕੱਢਿਆ ਗਿਆ, ਤੇ ਜੇ ਕਿਸੇ ਨੂੰ ਇਹ ਵੀ ਪਤਾ ਕਿਉਂ ਕੱਢਿਆ ਗਿਆ। ਇਹ ਸਾਰੇ ਚੀਜ਼ਾਂ ਦਾ ਜਵਾਬ ਮੈਂ ਹੁਣੇ ਦਊਂਗਾ ਸ਼ਾਰਟਲੀ, ਪਰ ਜੇ ਕਿਸੇ ਨੂੰ ਪਤਾ ਹੈ ਤਾਂ ਮੋਰ ਦੈਨ ਵੈਲਕਮ ਹੋ ਤੁਸੀਂ ਜਵਾਬ ਦੇਣ ਲਈ, ਠੀਕ ਹੈ। ਪਾਰਟਿਸਿਪੇਸ਼ਨ ਆਪਾਂ ਹਮੇਸ਼ਾ ਹੀ ਇਨਕਰੇਜ ਕਰਦੇ ਹਾਂ। ਕਮੈਂਟਸ ਪੜ੍ਹ ਕੇ ਚੰਗਾ ਵੀ ਲੱਗਦਾ ਕਿ ਹਾਂ ਲੋ ਕਿਤੇ ਕਿਸੇ ਨੂੰ ਕੋਈ ਡਾਊਟ ਵੀ ਆ ਰਿਹਾ ਹੋਵੇ ਉਹ ਵੀ ਕਮੈਂਟ ਵਿੱਚ ਜ਼ਰੂਰ ਲਿਖਿਓ, ਉਹ ਵੀ ਆਪਾਂ ਸੋਲਵ ਕਰਾਂਗੇ। ਤੇ ਜੇ ਬਾਈ ਚਾਂਸ ਤੁਸੀਂ ਇਸ ਵੀਡੀਓ ਨੂੰ YouTube ਤੇ ਦੇਖ ਰਹੇ ਹੋ ਤਾਂ ਇਹ ਕੋਰਸ 100% ਫ੍ਰੀ ਟੈਸਟ ਸੀਰੀਜ਼ ਦੇ ਨਾਲ ਵੈਬਸਾਈਟ ਉੱਤੇ ਚੱਲ ਰਿਹਾ। ਤੁਸੀਂ ਵੈਬਸਾਈਟ ਉੱਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰੋ ਤੇ ਉਹਦੇ ਨਾਲ ਫਿਰ ਤੁਸੀਂ ਟੈਸਟ ਸੀਰੀਜ਼, ਹਰ ਲੈਕਚਰ ਦੇ ਥੱਲੇ ਐਕਸਟਰਾ ਮਟੀਰੀਅਲ, ਇਹ ਸਭ ਕੁਝ ਵੀ ਦੇਖ ਪਾਓਗੇ ਤਾਂ ਤੁਹਾਨੂੰ ਹੋਰ ਜ਼ਿਆਦਾ ਬਿਹਤਰ ਤਰੀਕੇ ਨਾਲ ਸਮਝ ਆਊਗਾ। ਇਹ ਤੁਸੀਂ ਵੈਬਸਾਈਟ ਤੇ ਹੀ ਦੇਖ ਰਹੇ ਹੋ, ਵੈਲ ਐਂਡ ਗੁੱਡ ਹੈ। ਉੱਥੇ ਵੀ ਕਮੈਂਟ ਸੈਕਸ਼ਨ ਹੈ, ਤੁਸੀਂ ਉੱਥੇ ਵੀ ਕਮੈਂਟ ਕਰ ਸਕਦੇ ਹੋ, ਵੀਡੀਓ ਦੇ ਨਾਲ ਹੀ ਹੈ, ਠੀਕ ਹੈ। ਚਲੋ ਆਪਾਂ ਡਾਇਗਰਾਮ ਇੱਕ ਮਿੰਟ ਕੰਟੀਨਿਊ ਕਰੀਏ। ਉਹਨੇ ਹਜੇ ਤੱਕ ਆਪਾਂ ਜਿੰਨਾ ਪੜ੍ਹਿਆ ਮੈਂ ਉਹਦੇ ਬਾਰੇ ਤੁਹਾਨੂੰ ਥੋੜਾ ਜਿਹਾ ਦੁਬਾਰਾ ਤੋਂ ਬਰੀਫ ਦੱਸ ਦਿੰਨਾ। ਤੁਸੀਂ ਸਾਰੇ ਮੇਰੇ ਨਾਲ ਉਸ ਚੀਜ਼ ਨੂੰ ਰਿਵਾਈਜ਼ ਕਰੋ। ਮੈਂ ਸਿਰਫ ਤੁਹਾਨੂੰ ਸਵਾਲ ਪੁੱਛਦਾ ਜਾਣਾ, ਜੇ ਤੁਹਾਨੂੰ ਸਾਰੀ ਚੀਜ਼ਾਂ ਦੇ ਜਵਾਬ ਆਉਂਦੇ ਆ ਤਾਂ ਯਾਨੀ ਕਿ ਤੁਹਾਨੂੰ ਹਜੇ ਤੱਕ ਦਾ ਲੈਕਚਰ ਸਮਝ ਆਇਆ, ਨਹੀਂ ਤਾਂ ਤੁਸੀਂ ਥੱਲੇ ਕਮੈਂਟ ਕਰਕੇ ਆਪਣੇ ਡਾਊਟ ਪੁੱਛਿਓ। ਸਭ ਤੋਂ ਪਹਿਲਾ ਸਵਾਲ ਹੈ ਕਿ ਬ੍ਰਹਮਾਂਡ ਹੈ ਕੀ, ਕਿਸ ਚੀਜ਼ ਨੂੰ ਕਵਾਂਗੇ ਬ੍ਰਹਮਾਂਡ, ਤੇ ਬ੍ਰਹਮਾਂਡ ਨੂੰ ਐਕਸਪਲੇਨ ਕਰਨ ਵਾਲੀ ਸਭ ਤੋਂ ਮੰਨੀ ਜਾਣ ਵਾਲੀ ਥਿਊਰੀ ਕਿਹੜੀ ਹੈ, ਠੀਕ ਹੈ।
जे थोनों ये सवाल आंदा है तो अगली चीज अपनी गैलेक्सी केड़ी है, ठीक है। तो तुसी खुद अपना खुद रिविजन करनी है इहदे अंदर, जब तक मैं इस डायग्राम नु पूरा कर रहा। ठीक है, हुण इस तो बाद उपग्रह की हुंदा है, ਉਹਦੀ डेफिनेशन जे तुहानूं याद है। धरती दे किन्ने उपग्रह आ, जे तुहानूं कदी ये क्वेश्चन आ जाए धरती दे किन्ने उपग्रह आ, वैसे तो कोई ਏਡਾ ਉਹ नहीं पूछूगा, इंटरव्यू च कई बार इदां दे सवाल पूछ सकते होंगे आ। वैसे ही ये देखने लिए कि सिर्फ रट्टे मार के तो नहीं इत्थे तक पहुंचे कि समझ हैगी भी है या नहीं है। तो ਇਹਦਾ आंसर की लिखोगे, ਇਹਦਾ आंसर देखो होगा कि एक कुदरती है, मनुखी बनाए हुए बहुत सारे है, तो कुल मिला के 3000 तो ज़्यादा, जिहदे विच एक कुदरती बाकी सारे मनुखों द्वारा बनाए हुए हैं, ठीक है। तो जो इंटरव्यू च आपां नूं कोई भी सवाल आंसर करना होंदा है तो थोड़े ध्यान नाल सोच के कि वो एक्चुअली यही पूछना चाहते हैं या कुछ होर, क्योंकि वो उत्थे ये नहीं देख रहे तुहानूं पढ़ना कितना आया, क्योंकि जदों तुसीं प्रीलिम्स मेन्स क्लीयर कर चुके हो तो ऑब्वियसली तुसीं पढ़ के आए हो, उदों अगे जानना चाहते हैं। कितनी लाइन हो गई? 1 2 3 4 5 6 7, बस एक रहेगी। बस एक आखिरी, इन्हें मैं हुणे शॉर्टली समझाऊंगा। आ जिहड़ी मैं बेल्ट बनाई है इन्हूं आपां कहने आ एस्ट्रॉयड बेल्ट। रब कर दिए तो ठीक है। आ जिहड़ी मैं बाहर नूं बनाई है, जिहड़ी आह बाहर नूं बनाई है, इन्हूं आपां कहने आ क्यूपर बेल्ट। ਇਹਦੇ अंदर अपने सारे प्लैनेट आ गए। तीजा प्लैनेट अपनी धरती है, बाहर वाले प्लैनेट थोड़े साइज च वड्डे है। ਤੇ ਜਿਹੜਾ ਇੱਕ ਪਲੈਨਟ ਕੱਢਿਆ ਗਿਆ ਉਹ ਕਿਉਂ ਕੱਢਿਆ ਗਿਆ? ਉਹ ਪਲੈਨਟ ਨਾ ਇੱਥੇ ਆ ਜਿਹੜੀ ਪੱਥਰਾਂ ਦੀ ਮੈਂ ਲਾਈਨ ਬਣਾਈ ਹੈ ਨਾ, ਉਹ ਪਲੈਨਟ ਇੱਥੇ ਆ। ਕਿਹੜਾ ਪਲੈਨਟ ਸੀਗਾ? ਪਲੂਟੋ। तो प्लूटो बेचारे ਨੂੰ ਆਪਾਂ ਕੱਢ ਕੇ ਦਿੱਤਾ, ਕਦੀ ਆਪਾਂ ਵਿਚਾਰੇ ਨੂੰ ਪਲੈਨਟ ਕਹਿ ਦਿੰਨੇ ਆ, ਕਦੀ ਕੱਢ ਦਿੰਨੇ ਆ, ਫਿਰ ਮੰਨ ਲੈਂਦੇ ਆ। ਇਦਾਂ ਕੌਣ ਕਰ ਸਕਦਾ? ਮਤਲਬ ਇਦਾਂ ਕਿਉਂ ਇਹਦੇ ਨਾਲ ਹੋਇਆ? ਇਹਦੇ ਲਈ ਆਪਾਂ ਨੂੰ ਦੇਖੋ ਇੱਥੇ ਦੋ ਚੀਜ਼ਾਂ ਸਮਝਣੀਆਂ ਜ਼ਰੂਰੀ ਹੈ। ਜਿਹੜੇ ਆਹ ਐਸਟਰੋਇਡ ਬੈਲਟ ਹੈ ਇਹਦੇ ਅੰਦਰ ਜਿਹੜੇ ਆ ਪੱਥਰ ਆ ਨਾ, ਕਈ ਪੱਥਰਾਂ ਦਾ ਸਾਈਜ਼ ਐਡਾ ਵੱਡਾ ਵੀ ਹੈ ਕਿ ਮਰਕਰੀ ਦੇ ਬਰਾਬਰ ਦੇ ਆ।
ਜਾਂ ਈਵਨ ਧਰਤੀ ਦੇ ਅੱਧੇ ਸਾਈਜ਼ ਦੇ ਵੀ ਪੱਥਰ ਹੈ ਇੱਥੇ, ਠੀਕ ਹੈ, ਆਲਮੋਸਟ ਅੱਧੇ ਤੋਂ ਵੀ ਵੱਡੇ ਸਾਈਜ਼ ਦੇ ਵੀ ਪੱਥਰ ਹੈ ਇੱਥੇ। ਤਾਂ ਇਹਨਾਂ ਨੂੰ ਆਪਾਂ ਪੱਥਰ ਕਿਉਂ ਕਹੀ ਜਾਂਦੇ ਆ, ਚਟਾਨਾਂ ਕਿਉਂ ਕਹਿ ਰਹੇ ਆ ਆਪਾਂ ਇਹਨਾਂ ਨੂੰ ਆਪਾਂ ਆਪਣੇ ਪਲੈਨਟ ਕਿਉਂ ਨਹੀਂ ਕਹਿ ਰਹੇ, ਇਹਨਾਂ ਨੂੰ ਆਪਾਂ ਗ੍ਰਹਿ ਕਿਉਂ ਨਹੀਂ ਕਹਿ ਰਹੇ? ਆਹ ਜਿਹੜੇ ਹੈਗੇ ਇਹਨਾਂ ਨੂੰ ਆਪਾਂ ਗ੍ਰਹਿ ਕਹਿੰਦੇ ਆ। ਤਾਂ ਆਹ ਚਟਾਨਾਂ ਤੇ ਗ੍ਰਹਿ ਵਿੱਚ ਕੀ ਫਰਕ ਹੈ, ਸਭ ਤੋਂ ਪਹਿਲਾਂ ਆਪਾਂ ਨੂੰ ਇਹ ਸਮਝਣਾ ਜ਼ਰੂਰੀ ਹੈ। ਦੇਖੋ ਇਹਨਾਂ ਵਿੱਚ ਜਿਹੜਾ ਫਰਕ ਹੈ ਉਹ ਇਹ ਹੈ ਕਿ ਇੱਕ ਜਦੋਂ ਪਲੈਨਟ ਹੁੰਦਾ, ਜਿਹੜਾ ਜਿਵੇਂ ਆਹ ਇੱਥੇ ਬਣਾਇਆ ਮੈਂ ਤੁਹਾਨੂੰ ਇਸ ਡਾਇਗਰਾਮ ਤੇ ਸਮਝਾਉਣਾ, ਜਦ ਵੀ ਇੱਕ ਪਲੈਨਟ ਹੋਊਗਾ, ਜਦ ਵੀ ਇੱਕ ਗ੍ਰਹਿ ਹੋਊਗਾ, ਇਹਦਾ ਆਪਣਾ ਖੁਦ ਦਾ ਘੇਰਾ ਹੋਊਗਾ। ਇਹ ਕਿਸੇ ਹੋਰ ਨਾਲ ਆਪਣਾ ਜੋ ਆਰਬਿਟ ਹੈ ਜਾਂ ਜਿਹੜਾ ਘੇਰਾ ਹੈ ਇਹ ਸਾਂਝਾ ਨਹੀਂ ਕਰਦਾ। ਜਿਹੜੇ ਆਹ ਪੱਥਰ ਦੇਖੋਗੇ, ਪੱਥਰ ਕਈ ਬਹੁਤ ਵੱਡੇ ਵੱਡੇ ਸਾਈਜ਼ ਦੇ ਵੀ, ਜਿਵੇਂ ਆ ਪਲੂਟੋ ਇਹਨਾਂ ਦੇ ਵਿੱਚ ਹੈ। ਪਹਿਲਾਂ ਜਦੋਂ ਆਪਾਂ ਸਟਾਰਟਿੰਗ ਦੇਖਦੇ ਸੀ ਨਾ, ਪਲੂਟੋ ਇਦਾਂ ਲੱਗਦਾ ਸੀ ਜਿਵੇਂ ਪਲੂਟੋ ਅੱਡ ਹੋਵੇ, ਤਾਂ ਆਪਾਂ ਉਹਨੂੰ ਇੱਕ ਗ੍ਰਹਿ ਮੰਨਦੇ ਸੀ। ਪਰ ਜਦੋਂ ਬਾਅਦ ਚ ਆਪਣੇ ਹੌਲੀ ਹੌਲੀ ਹੋਰ ਟੈਲੀਸਕੋਪ ਵਧੀਆ ਹੋਣ ਲੱਗੇ, ਹੋਰ ਬਿਹਤਰ ਤਰੀਕੇ ਨਾਲ ਦਿਖਣ ਲੱਗਿਆ, ਤਾਂ ਆਪਾਂ ਨੂੰ ਦਿਖਾਈ ਦਿੱਤਾ ਕਿ ਪਲੂਟੋ ਇਹਦੇ ਵਿੱਚ ਹੀ ਹੈ। ਤੇ ਇਹਦੇ ਕਾਰਨ ਕੀ ਹੋਇਆ ਕਿ ਆਹ ਜਿਹੜਾ ਵਿੱਚ ਜਦੋਂ ਆ ਗਿਆ, ਇਹਨੂੰ ਆਪਾਂ ਫਿਰ ਹੁਣ ਆਪਾਂ ਗ੍ਰਹਿ ਨਹੀਂ ਮੰਨ ਸਕਦੇ, ਇੱਕ ਪਲੈਨਟ ਨਹੀਂ ਮੰਨ ਸਕਦੇ, ਕਿਉਂਕਿ ਉਹਦਾ ਆਪਣਾ ਖੁਦ ਦਾ ਆਰਬਿਟ ਘੇਰਾ ਨਹੀਂ ਹੈਗਾ। ਉਹ ਬਾਕੀਆਂ ਨਾਲ ਆਹ ਜਿਹੜਾ ਘੇਰਾ ਹੈਗਾ ਸੂਰਜ ਦੇ ਚਾਰੋਂ ओर, ਇਹ ਸਾਂਝਾ ਕਰ ਰਹੇ ਆ। ਘੁੰਮ ਇਹ ਸਾਰੇ ਪੱਥਰ ਵੀ ਸੂਰਜ ਦੇ ਚਾਰੋਂ ਰਹੇ ਆ, ਇਹ ਵੀ ਚੱਕਰ ਮਾਰ ਕੇ ਆ ਰਹੇ ਆ, ਪਰ ਇਹ ਆਪਣੇ ਆਪ ਚ ਅੱਡ ਨਹੀਂ ਹੈ। ਇਹ ਤਾਂ ਹੀ ਇਹਨਾਂ 'ਚ ਫਿਰ ਦਿੱਕਤ ਕੀ ਆਉਂਦੀ, ਆਪਸ ਕਦੀ ਟਕਰਾਉਂਦੇ ਵੀ ਰਹਿੰਦੇ ਆ, ਹੋਰ ਟੁੱਟਦੇ ਵੀ ਰਹਿੰਦੇ ਆ, ਇਹਨਾਂ ਵਿੱਚੋਂ ਕਈ ਵਾਰੀ ਕੋਈ ਬਾਹਰ ਵੀ ਨਿਕਲ ਜਾਂਦਾ ਹੈ। ਤਾਂ ਇਸ ਕਾਰਨ ਆ ਸਾਰੀ ਦੀ ਸਾਰੀ ਪ੍ਰੋਬਲਮ ਇਹ ਹੈ ਕਿ ਇਹਨਾਂ ਦਾ ਆਪਣਾ ਖੁਦ ਦਾ ਘੇਰਾ ਨਹੀਂ ਹੈ। ਜਿੰਨੇ ਵੀ ਗ੍ਰਹਿ ਆ, ਗ੍ਰਹਿ ਤਾਂ ਹੀ ਮੰਨਿਆ ਜਾਊਗਾ ਜਦੋਂ ਉਹਨਾਂ ਦਾ ਇੱਕ ਗ੍ਰਹਿ, ਆਪਾਂ ਕਦੋਂ ਮੰਨਾਂਗੇ, ਘੁੰਮ ਤਾਂ ਬਾਕੀ ਚੀਜ਼ਾਂ ਵੀ ਰਹੀਆਂ, ਜਦੋਂ ਉਹਦਾ ਇੱਕ ਵਿਲੱਖਣ ਆਰਬਿਟ ਹੋਊਗਾ। ਲਿਖਿਆ ਸੌਰੀ, ਉੱਤੇ ਗਲਤੀ ਹੋਈ ਸੀ। ਜਦੋਂ ਉਹਨਾਂ ਦਾ ਆਪਣਾ ਖੁਦ ਦਾ ਵਿਲੱਖਣ ਯਾਨੀ ਕਿ ਯੂਨੀਕ ਆਰਬਿਟ ਹੋਗਾ, ਯਾਨੀ ਕਿ ਉਹ ਕਿਸੇ ਹੋਰ ਨਾਲ ਆਪਣਾ ਆਰਬਿਟ ਸਾਂਝਾ ਨਹੀਂ ਕਰ ਰਹੇ, ਉਹਨਾਂ ਦਾ ਆਪਣਾ ਇੱਕ ਖੁਦ ਦਾ ਪਾਥ ਹੈ, ਉਹਨੂੰ ਕਵਾਂਗੇ ਕਿ ਹਾਂ ਇਹ ਆਪਣਾ ਇੱਕ ਗ੍ਰਹਿ ਆ। ਬਾਕੀ ਸਾਰੀਆਂ ਚਟਾਨਾਂ ਦੇਖੋ, ਜਿਵੇਂ ਆਪਾਂ ਆਹ ਡਾਇਗਰਾਮ ਬਣਾਉਂਦੇ ਨਾ, ਡਾਇਗਰਾਮ ਵੈਸੇ ਐਕਚੁਅਲੀ ਜੇ ਅਸਲੀ ਵਿੱਚ ਤੁਸੀਂ ਸੋਲਰ ਸਿਸਟਮ ਦੇਖੋਗੇ ਨਾ, ਸੋਲਰ ਸਿਸਟਮ ਅਸਲੀ ਵਿੱਚ ਇੰਨਾ ਸਾਫ਼ ਨਹੀਂ ਦਿਖਦਾ। ਅਸਲੀ ਜਿਹੜਾ ਸੋਲਰ ਸਿਸਟਮ ਹੈ ਉਹਦੇ ਅੰਦਰ ਬਹੁਤ ਸਾਰਾ ਤੁਹਾਡਾ ਮਿੱਟੀ, ਇਹ ਸਭ ਕੁਝ ਉੱਤੇ ਫੈਲਿਆ ਹੋਇਆ। ਮੈਂ ਤੁਹਾਨੂੰ ਦਿਖਾਵਾਂ, मैं तो फोटो बंद होगी, मैं खोल के रखी हुई सी, एक मिनट रुको। चलो, एग्जैक्टली सोलर सिस्टम नहीं है, मतलब कोई होर स्टार ਦਾ ਸਿਸਟਮ ਹੈ, ਪਰ ਆਪਣਾ ਵੀ ਇਦਾਂ ਦਾ ਹੀ ਦਿਖਦਾ। ਆਪਣੇ ਇਦਾਂ ਪੂਰੇ ਦੇ ਪੂਰੇ ਸੋਲਰ ਸਿਸਟਮ ਦੇ ਅੰਦਰ ਵੀ ਨਾ ਇਦਾਂ ਮਿੱਟੀ ਫੈਲੀ ਪਈ ਹੈ, ਆ ਸਾਰੀ ਮਿੱਟੀ ਹੈ। ਇਹ ਮਿੱਟੀ ਆਈ ਕਿੱਥੋਂ ਆ? ਜਿਹੜੇ ਆ ਜਿੰਨੀਆਂ ਵੀ ਚਟਾਨਾਂ, ਐਸਟਰੋਇਡ ਦੀਆਂ ਚਟਾਨਾਂ, ਇਹ ਆਪਸ ਟਕਰਾ ਕੇ ਕਈ ਵਾਰੀ ਟੁੱਟਦੀਆਂ ਜਾਂਦੀਆਂ, ਹੋਰ ਟੁੱਟਦੀਆਂ ਜਾਂਦੀਆਂ, ਕਰਾ ਕੇ ਇੰਨੀਆਂ ਛੋਟੀਆਂ ਹੋ ਜਾਂਦੀਆਂ ਕਿ ਮਿੱਟੀ ਬਣ ਜਾਂਦੀਆਂ। ਤੇ ਇਸ ਤਰੀਕੇ ਨਾਲ ਤੁਹਾਡਾ ਸਾਰਾ ਦਾ ਸਾਰਾ ਸੋਲਰ ਸਿਸਟਮ ਛੋਟੇ ਛੋਟੇ ਪੱਥਰਾਂ ਨਾਲ ਵੀ ਭਰਿਆ ਹੋਇਆ, ਜਿਹੜੇ ਹਜੇ ਮਿੱਟੀ ਨਹੀਂ ਬਣੇ, ਜਾਂ ਵੱਡੇ ਵੱਡੇ ਚਟਾਨਾਂ ਨਾਲ ਵੀ ਭਰਿਆ ਪਿਆ, ਜਾਂ ਮਿੱਟੀ ਨਾਲ ਭਰਿਆ ਪਿਆ। ਇਹ ਤਿੰਨੋਂ ਚੀਜ਼ਾਂ ਇੱਥੇ ਐਗਜ਼ਿਸਟ ਕਰਦੀਆਂ। ਠੀਕ ਹੈ, ਕਲੀਅਰ ਹੈ? ਕੋਈ ਵੀ ਡਾਊਟ ਇੱਥੇ ਤੱਕ? ਹੁਣ ਇਹ ਸਾਰੇ ਗ੍ਰਹਿਾਂ ਨੂੰ ਨਾਮ ਕੌਣ ਦਿੰਦਾ ਤੇ ਇਹ ਕੌਣ ਡਿਸਾਈਡ ਕਰਦਾ ਹੈ ਕਿ ਕਿਹਨੂੰ ਆਪਾਂ ਇੱਕ ਗ੍ਰਹਿ ਮੰਨੀਏ, ਕਿਹਨੂੰ ਆਪਾਂ ਚਟਾਨ ਮੰਨੀਏ? ਦੇਖੋ, ਦੁਨੀਆ ਵਿੱਚ ਜਿੰਨੇ ਵੀ ਖੋਜ ਕਰਨ ਵਾਲੇ, ਜਿੰਨੇ ਵੀ ਆਪਣੇ ਵਿਗਿਆਨਿਕ ਹੈ ਜਿਹੜੇ ਆਹ ਸਪੇਸ ਦੇ ਮਾਮਲੇ 'ਚ ਖੋਜ ਕਰ ਰਹੇ ਹੈ,
ਉਹਨਾਂ ਦੀ ਇੱਕ ਆਰਗੇਨਾਈਜੇਸ਼ਨ ਹੈ ਜਿਹਨੂੰ ਆਪਾਂ ਪੰਜਾਬੀ ਚ ਲਿਖਾਂਗੇ ਅੰਤਰਰਾਸ਼ਟਰੀ ਖਗੋਲ यूनियन इंग्लिश विच जिन्हों आप लिखांगे इंटरनेशनल एस्ट्रोनॉमिकल यूनियन अंतरराष्ट्रीय खगोल लगा है खगोल यूनियन ਇਹ ਬੇਸਿਕਲੀ ਕੀ ਹੈ ਜਿੰਨੇ ਵੀ ਆਪਣੇ ਖੋਜ ਕਰਨ ਵਾਲੇ ਜਿੰਨੇ ਵੀ ਆਪਣੇ ਵਿਗਿਆਨਿਕ ਹੈ ਉਹ ਸਾਰਿਆਂ ਦਾ ਇਹ ਇੱਕ ਯੂਨੀਅਨ ਹੈ ਇੱਥੇ ਬਹਿ ਕੇ ਕਿਸੇ ਵਿਗਿਆਨਿਕ ਨੇ ਕੋਈ ਵੀ ਖੋਜ ਕੀਤੀ ਉਹ ਆਪਣੇ ਇੱਥੇ ਪੇਸ਼ਕਸ਼ ਲੈ ਕੇ ਆਂਦਾ ਹੈ ਫਿਰ ਸਾਰੇ ਵਿਗਿਆਨਿਕ ਬਹਿ ਕੇ ਫੈਸਲਾ ਕਰਦੇ ਆ ਕਿਹੜੀ ਚੀਜ਼ ਨੂੰ ਆਪਾਂ ਜੋੜਨਾ ਕਿਹੜੀ ਚੀਜ਼ ਨੂੰ ਆਪਾਂ ਕੱਢਣਾ ਇਸ ਤਰੀਕੇ ਨਾਲ ਇੱਥੇ ਸਾਰੇ ਦੇ ਸਾਰੇ ਫੈਸਲੇ ਲਿੱਤੇ ਜਾਂਦੇ ਆ ਠੀਕ ਹੈ ਤਾਂ ਇਸ ਤਰੀਕੇ ਨਾਲ ਆ ਸਾਰੀ ਦੀ ਸਾਰੀ ਚੀਜ਼ ਇੱਥੇ ਸੋਚੀ ਜਾਂਦੀ ਹੈ ਹੁਣ ਇਹਦੇ ਇਲਾਵਾ ਆ ਸਾਰੇ ਦੇ ਸਾਰਾ ਸੋਲਰ ਸਿਸਟਮ ਇਸ ਤਰੀਕੇ ਨਾਲ ਦਿਖਦਾ ਹੈ ਹੁਣ ਜੇ ਮੈਂ ਇੱਥੇ ਆ ਸਾਰੇ ਪਲੈਨਟਸ ਦੇਖਾਂ ਸਭ ਕੁਝ ਦੇਖਾਂ ਦੇਖੋ ਅੰਦਰ ਵਾਲੇ ਆ ਪਲੈਨਟ ਛੋਟੇ ਸਾਈਜ਼ ਦੇ ਜਿਹੜੇ ਗ੍ਰਹਿ ਛੋਟੇ ਸਾਈਜ਼ ਦੇ ਜਿਹੜੇ ਬਾਹਰ ਵਾਲੇ ਥੋੜੇ ਵੱਡੇ ਸਾਈਜ਼ ਦੇ ਆ ਇਹ ਸਾਰੇ ਵੱਡੇ ਸਾਈਜ਼ ਦੇ ਇਸ ਕਾਰਨ ਹੈ ਕਿਉਂਕਿ ਇਹ ਸਾਰੇ ਨਾ ਇਹਨਾਂ ਦੇ ਆਸ-ਪਾਸ ਗੈਸ ਬਹੁਤ ਇਕੱਠੀ ਹੋਈ ਹੈ ਹਵਾ ਬਹੁਤ ਜ਼ਿਆਦਾ ਵੱਡੀ ਕੁਆਂਟੀਟੀ ਵਿੱਚ ਇਕੱਠੀ ਹੋਈ ਹੈ ਇਸ ਕਾਰਨ ਏਡੇ ਵੱਡੇ ਦਿਖਦੇ ਆ ठीक है अच्छा हुण मेरा अगला जिहड़ा एक टॉपिक भी है अपना ते सवाल भी है देखो अपनी सूरज दी लाइट जिहड़े प्लैनेट बहुत ही कोले होणगे इत्थे तां बहुत ज्यादा पै रही होगी इत्थे रोशनी जिहड़ी होगी बहुत ज्यादा होगी जिवें जिवें आपां दूर जांदे जावांगे ईवन सोलर सिस्टम तो बाहर चले जाओ जिहड़े बिल्कुल आपां जद बाहर चले गए किते जाके तां आपां नूं सूरज दी लाइट खत्म हुंदी हुई दिखनी चाहिदी है कोई तो एक इदां दा पॉइंट इदां दी सीमा आनी चाहिए है जिथे जाके थोड़ी सूरज की रोशनी खत्म हो जाए मतलब हुण जिवें मैं एक टॉर्च लेके खड़ा है जे हुण टॉर्च मैं तुसीं मेरे बिल्कुल सामने खड़े हो तुहानूं टॉर्च बिल्कुल चमकदी हुई दिख रही होगी पर मैं हुण तुहानूं कहां कि पिछे जाना शुरू कर दो कोई तो किते जाके तो एक इदां दा पॉइंट आऊगा ना 200-300 मतलब सीधी लाइन कुछ नहीं अपने विच पर आप 200-300 मीटर दूर बाद जाके वो लाइट दिखनी तुहानूं बिल्कुल बंद हो जाऊगी ਜਦੋਂ ਆਪਾਂ ਦੂਰ ਵੀ ਕਿਤੋਂ ਦੀ ਕੋਲੇ ਆ ਰਹੇ ਹੁੰਦੇ ਆਪਾਂ ਨੂੰ ਪਹਿਲਾਂ ਦੂਰੋਂ ਇੱਕ ਛੋਟੀ ਜਿਹੀ ਲਾਈਟ ਦਿਖਣੀ ਸ਼ੁਰੂ ਹੁੰਦੀ ਹੈ ਫਿਰ ਹੌਲੀ ਹੌਲੀ ਬ੍ਰਾਈਟ ਹੁੰਦੀ ਜਾਂਦੀ ਹੈ ਜੇ ਇਦਾਂ ਦੀ ਚੀਜ਼ ਹੈ ਹੁਣ ਕਿਤੇ ਨਾ ਕਿਤੇ ਤਾਂ ਸੂਰਜ ਜਾ ਕੇ ਵੀ ਤਾਂ ਖਤਮ ਹੋਊਗਾ ਹੁਣ ਹੁੰਦਾ ਕੀ ਹੈ ਜਿੱਥੇ ਤੱਕ ਸੂਰਜ ਦੀ ਲਾਈਟ ਫੈਲਦੀ ਹੈ ਨਾ ਜਿੱਥੇ ਤੱਕ ਵੀ ਜਿੰਨਾ ਵੀ ਏਰੀਆ ਇਸ ਸੀਮਾ ਦੇ ਵਿੱਚ ਆ ਗਿਆ ਜਿੱਥੇ ਤੱਕ ਸੂਰਜ ਦੀ ਲਾਈਟ ਫੈਲੀ ਹੋਈ ਹੈ ਇਸ ਏਰੀਆ ਨੂੰ ਆਪਾਂ ਕਹਿੰਦੇ ਆ ਹੀਲੀਓ स्फीयर हेलियोस्फीयर ठीक है ਤਾਂ ਇਹ ਇਦਾਂ ਦਾ ਏਰੀਆ ਹੀਲੀਓਸਫੀਅਰ ਦਾ ਮਤਲਬ ਹੈ ਜਿੱਥੇ ਤੱਕ ਸੂਰਜ ਦੀ ਲਾਈਟ ਗਈ ਹੁਣ ਜਿੱਥੇ ਜਾ ਕੇ ਸੂਰਜ ਦੀ ਲਾਈਟ ਖਤਮ ਹੁੰਦੀ ਹੈ ਜਿੱਥੇ ਬਾਉਂਡਰੀ ਬਣ ਗਈ ਜਿੱਥੇ ਲਾਈਟ ਖਤਮ ਹੋ ਰਹੀ ਹੈ ਇਸ ਏਰੀਆ ਨੂੰ ਆਪਾਂ ਕਹਿੰਦੇ ਆ heliopause pause विच एरो पाया आ गया तो थोड़ा जिहा ताईं अगे खिंच के हेलियोपॉज हेलियोस्फीयर ਦਾ ਮਤਲਬ ਹੈ ਜਿੱਥੇ ਤੱਕ ਸੂਰਜ ਦੀ ਲਾਈਟ ਫੈਲੀ ਹੋਈ ਹੈ ਇਹ ਸਾਰਾ ਦਾ ਸਾਰਾ ਏਰੀਆ ਹੋਇਆ ਇਸ ਤਰੀਕੇ ਨਾਲ ਫੈਲਿਆ ਹੋਇਆ ਕਲੀਅਰ ਹੈ ਕੋਈ ਵੀ ਡਾਊਟ ਹੁਣ ਹੁੰਦਾ ਕੀ ਹੈ ਕਈ ਵਾਰੀ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਸਾਰਾ ਦਾ ਸਾਰਾ ਏਰੀਆ ਪਲੇਨ ਨਹੀਂ ਹੈ ਕਈ ਵਾਰੀ ਕੋਈ ਪੱਥਰ ਇਤਾਂ ਰੈਂਡਮਲੀ ਕਿਤੇ ਵੀ ਤੈਰਦਾ ਫਿਰ ਰਿਹਾ ਹੋ ਸਕਦਾ ਜਿਵੇਂ ਅਰਥ ਦੇ ਰਸਤੇ ਦੇ ਵਿੱਚ ਵੀ ਹੋ ਸਕਦੇ ਆ ਛੋਟੇ ਛੋਟੇ ਪੱਥਰ ਇਹ ਆਪਾਂ ਨੂੰ ਰਾਤੀ ਕਈ ਵਾਰੀ ਦਿਖਦੇ ਵੀ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਟੁੱਟਦੇ ਤਾਰੇ ਕਹਿ ਦਿੰਦੇ ਆ ਤਾਂ ਟੁੱਟਦਾ ਤਾਰਾ ਐਕਚੁਅਲੀ ਕੋਈ ਤਾਰਾ ਨਹੀਂ ਹੁੰਦਾ ਉਹ ਇੱਕ ਸਿਰਫ ਪੱਥਰ ਹੁੰਦਾ ਕੀ ਹੈ ਇਸ ਪੂਰੀ ਚੀਜ਼ ਨੂੰ ਮੈਂ ਇੱਥੇ ਦੱਸਾਂ
ਆ ਤੁਸੀਂ ਮੰਨ ਲਓ ਆਪਣੀ ਧਰਤੀ ਹੈ। ਹੁਣ ਧਰਤੀ ਦੇ ਆਸ-ਪਾਸ ਆਪਾਂ ਜਿਹਨੂੰ ਆਪਾਂ ਐਟਮੋਸਫੇਅਰ ਰੈਫਰ ਕਰ ਦਿੰਦੇ ਆਪਣੇ ਚਾਰੋਂ ओर ਹਵਾ ਹੈਗੀ ਹੈ। ਹੁਣ ਇੱਥੇ ਕੋਈ ਜੇ ਪੱਥਰ ਸਪੇਸ ਵਿੱਚ ਰੈਂਡਮਲੀ ਘੁੰਮ ਰਿਹਾ, ਹੋਏ ਪੱਥਰ ਨੂੰ ਆਪਾਂ ਕਹਿੰਦੇ ਆ ਉਲਕਾ ਪਿੰਡ। ਉਲਕਾ ਪਿੰਡ ਇਹ ਹੈਗਾ ਥੋੜਾ ਸਪੇਸ ਵਿੱਚ, ਠੀਕ ਹੈ। ਇਹ ਜਦੋਂ ਸਪੇਸ ਵਿੱਚ ਘੁੰਮ ਰਿਹਾ ਉਲਕਾ ਪਿੰਡ ਆਪਣਾ ਆਰਾਮ ਨਾਲ ਘੁੰਮ ਰਿਹਾ, ਆਪਣੀ ਧਰਤੀ ਦੇ ਹਜੇ ਰਸਤੇ ਨਹੀਂ ਆਇਆ। ਜੇ ਬਾਈ ਚਾਂਸ ਆਪਣਾ ਵਾਤਾਵਰਣ ਜਿਹੜਾ ਆਸ-ਪਾਸ ਹੈਗਾ, ਐਟਮੋਸਫੇਅਰ ਹੈਗਾ, ਇਹ ਇਹਦੇ ਅੰਦਰ ਐਂਟਰ ਕਰ ਜਾਂਦਾ, ਮਤਲਬ ਧਰਤੀ ਕਿਉਂਕਿ ਹੌਲੀ ਹੌਲੀ ਆਪਣਾ ਚੱਕਰ ਪੂਰਾ ਕਰਨ ਲਈ ਅੱਗੇ ਵੱਧ ਰਹੀ ਹੈ ਤੇ ਇਹ ਵੀ ਸ਼ਾਇਦ ਕੋਲੇ ਆ ਰਿਹਾ ਹੋਵੇ। ਜੇ ਆਪਣਾ ਇਹ ਵਾਤਾਵਰਣ ਜਾਂ ਐਟਮੋਸਫੇਅਰ ਐਂਟਰ ਕਰ ਗਿਆ, ਹੁੰਦਾ ਕੀ ਹੈ, ਹਵਾ ਦੀ ਇੰਨੀ ਜ਼ਿਆਦਾ ਤੇ ਗ੍ਰੈਵਿਟੀ ਦਾ ਇੰਨਾ ਜ਼ਿਆਦਾ ਪੁਸ਼ ਹੁੰਦਾ ਹੈ ਕਿ ਇਹਨੂੰ ਨਾ ਅੱਗ ਲੱਗ ਜਾਂਦੀ ਹੈ। ਜਿਹੜੇ ਆਪਣੇ ਟੁੱਟਦੇ ਹੋਏ ਤਾਰੇ ਆਪਾਂ ਨੂੰ ਰਾਤੀ ਨਜ਼ਰ ਆਉਂਦੇ, ਉਹ ਦੇਖੋ ਤਾਂ ਹੀ ਕੁਝ ਹੀ ਸੈਕਿੰਡ ਵਿੱਚ ਖਤਮ ਹੋ ਜਾਂਦੇ ਆ। ਬੇਸਿਕਲੀ ਹੁੰਦਾ ਕੀ ਹੈ, ਜਿਵੇਂ ਹੀ ਉਹ ਧਰਤੀ ਦਾ ਐਟਮੋਸਫੇਅਰ ਐਂਟਰ ਕਰਨਗੇ ਉਹਨਾਂ ਨੂੰ ਅੱਗ ਲੱਗ ਜੂਗੀ। ਉਹ ਅੱਗ ਲੱਗਦੇ ਹੀ ਉਹ ਟੁੱਟਣੇ ਸ਼ੁਰੂ ਹੋ ਜਾਂਦੇ ਆ। ਉਹ ਕੁਝ ਹੀ ਸੈਕਿੰਡਸ ਵਿੱਚ ਉਹ ਸਾਰਾ ਦਾ ਸਾਰਾ ਜਲ ਜੂਗਾ। ਜਦੋਂ ਉਹ ਇਦਾਂ ਉਲਕਾ ਪਿੰਡ ਜਦੋਂ ਸਪੇਸ ਵਿੱਚ ਸੀਗਾ, ਉਹ ਜਦੋਂ ਧਰਤੀ ਨੂੰ ਐਂਟਰ ਕਰ ਗਿਆ, ਉਹਨੂੰ ਆਪਾਂ ਕਹਿ ਦਿੰਨੇ ਆ ਕਿ ਉਹ ਉਲਕਾ, ਠੀਕ ਹੈ। ਜਦੋਂ ਉਹ ਆਪਣਾ ਵਾਤਾਵਰਣ ਐਂਟਰ ਕਰ ਗਿਆ, ਠੀਕ ਹੈ। ਜੇ ਹੁਣ ਇਹ ਪੱਥਰ ਧਰਤੀ ਉੱਤੇ ਆ ਕੇ ਗਿਰ ਗਿਆ, ਦੇਖੋ ਇਹਦੇ ਲਈ ਨਾ ਪੰਜਾਬੀ 'ਚ ਕੋਈ ਅੱਡ ਤੋਂ ਵਰਡ ਨਹੀਂ ਬਣਾਇਆ ਹੋਇਆ, ਠੀਕ ਹੈ। ਜਦੋਂ ਧਰਤੀ ਉੱਤੇ ਆ ਕੇ ਗਿਰ ਜਾਂਦੇ ਕਈ ਵਾਰੀ, ਇਹਦੇ ਉੱਤੇ ਪੰਜਾਬੀ 'ਚ ਨਾ ਕੋਈ ਅੱਡ ਵਰਡ ਬਣਾਇਆ ਨਹੀਂ ਹੋਇਆ, ਇਹਨੂੰ ਵੀ ਆਪਾਂ ਉਲਕਾ ਪਿੰਡੀ ਕਹਿ ਦਿੰਦੇ ਆ। ਪਰ ਅੰਗਰੇਜ਼ੀ ਵਰਡ ਵਿੱਚ ਇਹ ਦੋ ਅੱਡ-ਅੱਡ ਵਰਡਸ ਹੈ, ਤਿੰਨੋਂ ਅੱਡ-ਅੱਡ ਵਰਡ ਹੈ। ਉਹ ਵੀ ਮੈਂ ਤੁਹਾਨੂੰ ਨਾਲ ਸਮਝਾਉਂਗਾ, ਕਦੀ ਪੇਪਰ ਵਿੱਚ ਆ ਜੇ ਤੇ ਇੰਗਲਿਸ਼ ਵਿੱਚ ਉਹਨਾਂ ਨੇ ਵਰਡ ਲਿਖਤੇ ਤਾਂ ਆਪਾਂ ਨੂੰ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ। ਜੇ ਬਾਈ ਚਾਂਸ ਦੇਖੋ ਕਈ ਵਾਰੀ ਕੀ ਹੁੰਦਾ, ਇੱਕ ਛੋਟਾ ਮੋਟਾ ਟੁਕੜਾ ਕਈ ਵਾਰੀ ਬਚ ਜਾਂਦਾ, ਕਈ ਵਾਰੀ ਬਹੁਤ ਵੱਡਾ ਟੁਕੜਾ ਵੀ ਬਚ ਜਾਂਦਾ। ਜਿਹੜੇ ਆਪਣੇ ਇੱਥੇ ਡਾਇਨਾਸੌਰ ਖਤਮ ਹੋਏ ਸੀ ਨਾ, ਉਹ ਇਸੇ ਤਰੀਕੇ ਨਾਲ ਹੀ ਖਤਮ ਹੋਏ ਸੀ ਕਿ ਇੱਕ ਬਹੁਤ ਵੱਡਾ ਪੱਥਰ ਧਰਤੀ ਉੱਤੇ ਆ ਕੇ ਗਿਰਿਆ, ਧਰਤੀ ਉੱਤੇ ਇੰਨਾ ਜ਼ਿਆਦਾ ਜ਼ੋਰ ਪਿਆ ਕਿ ਸਾਰੇ ਦੇ ਸਾਰੇ ਤੁਹਾਡੇ ਵੋਲਕੈਨੋ ਫਟ ਪਏ ਤੇ ਉਹਨਾਂ ਨੇ ਹੀ ਉਹਨਾਂ ਦੀ ਜਾਨ ਲੈ ਲਈ, ਠੀਕ ਹੈ। ਜੇ ਬਾਈ ਚਾਂਸ ਧਰਤੀ ਉੱਤੇ ਆ ਕੇ ਗਿਰਦੇ ਆ, ਇਹ ਬਹੁਤ ਵੱਡਾ ਖੱਡਾ ਪੈਦਾ ਕਰ ਦਿੰਦੇ ਆ। ਜੇ ਬਹੁਤ, ਕਿਉਂਕਿ ਬਹੁਤ ਜ਼ੋਰ ਨਾਲ ਆ ਕੇ ਗਿਰਨਗੇ, ਇਹ ਬਹੁਤ ਵੱਡਾ ਖੱਡਾ ਆ ਕੇ ਧਰਤੀ ਉੱਤੇ ਪੈਦਾ ਕਰ ਦਿੰਦੇ ਆ। ਇਹ ਜਿਹੜੇ ਇਦਾਂ ਦੇ ਖੱਡੇ ਬਣ ਜਾਂਦੇ ਆ, ਕਈ ਵਾਰੀ ਇਹ ਖੱਡਿਆਂ ਦੇ ਅੰਦਰ ਪਾਣੀ ਵੀ ਭਰ ਜਾਂਦਾ ਹੁੰਦਾ, ਤਾਂ ਫਿਰ ਆਪਾਂ ਇਹਨਾਂ ਨੂੰ ਕਹਿ ਦਿੰਦੇ ਆ ਕਿ ਲੇਕ ਬਣ ਗਈ ਇਹਨਾਂ ਦੀ। ਹਰ ਲੇਕ ਇਦਾਂ ਨਹੀਂ ਬਣਦੀ ਹੁੰਦੀ, ਇਹ ਨਾ ਓਰੀਜਨਲੀ ਮੈਂ ਤੁਹਾਨੂੰ ਦਿਖਾਵਾਂ, ਇਦਾਂ ਦੇ ਦਿਖਦੇ ਆ। ਇਹ ਧਰਤੀ ਉੱਤੇ ਆ ਕੇ ਗਿਰਣਗੇ, ਸਰੀ ਹਾਂ, ਇਸ ਤਰੀਕੇ ਨਾਲ ਕਿ ਆਹ ਕਦੀ ਆ ਕੇ ਗਿਰਿਆ, ਆ ਸਾਰੇ ਦੇ ਸਾਰੇ ਇਲਾਕੇ 'ਚ ਦੇਖੋ ਖੱਡਾ ਬਣ ਗਿਆ। ਇਸ ਤਰੀਕੇ ਨਾਲ ਸਾਰੀ ਮਿੱਟੀ ਉਛਾਲ ਕੇ ਇੱਥੋਂ ਬਾਹਰ ਮਾਰਦੇ ਆ। ਜੇ ਇੱਥੇ ਆਸ-ਪਾਸ ਕੋਈ ਕਦੀ ਨਦੀ ਵਗਰੀ ਹੋਈ ਤਾਂ ਨਦੀ ਦਾ ਕੀ ਹੁੰਦਾ, ਇੱਥੇ ਪਾਣੀ ਆ ਜਾਂਦਾ ਤਾਂ ਇਹਨੂੰ ਭਰ ਦਿੰਦਾ ਹੈ। ਜ਼ਮੀਨ ਦੇ ਅੰਦਰੋਂ ਪਾਣੀ ਜੇ ਆ ਗਿਆ ਉਹ ਭਰ ਦੂਗਾ, ਨਹੀਂ ਤਾਂ ਬਰਸਾਤ ਦਾ ਪਾਣੀ ਇਕੱਠਾ ਹੋ ਗਿਆ ਤਾਂ ਇਸੇ ਨਾਲ ਹੀ ਇਹ ਲੇਕ ਬਣ ਜਾਂਦੀ ਹੈ। ਆ ਜਿਹੜਾ ਖੱਡਾ ਇਹਨਾਂ ਉੱਤੇ ਬਣ ਜਾਂਦਾ ਹੈ, ਇਹਨਾਂ ਨੂੰ ਆਪਾਂ ਕਹਿੰਦੇ ਹੁੰਦੇ ਆ ਕ੍ਰੇਟਰ। ਤੇ ਜੇ ਇਹਨਾਂ ਉੱਤੇ ਪਾਣੀ ਭਰ ਗਿਆ ਤਾਂ ਕ੍ਰੇਟਰ ਝੀਲ ਬਣ ਗਈ, ਠੀਕ ਹੈ। ਇਸ ਤਰੀਕੇ ਨਾਲ ਕਲੀਅਰ ਹੈ। ਹੁਣ ਜੇ ਮੈਂ ਇਹੀ ਗੱਲ ਥੋੜੀ ਇੰਗਲਿਸ਼ ਵਿੱਚ ਕਰਾਂ, ਜਿਵੇਂ ਮੈਂ ਤੁਹਾਨੂੰ ਦੱਸਿਆ ਕਈ ਵਾਰੀ ਪੇਪਰ 'ਚ ਕੁਐਸਚਨ ਆ ਸਕਦਾ ਹੈ। ਦੇਖੋ ਜਦੋਂ ਇਹ ਸਪੇਸ ਵਿੱਚ ਹੁੰਦਾ ਹੈ, ਇਹਨਾਂ ਨੂੰ ਆਪਾਂ ਵਰਡਸ ਨੂੰ ਇੱਥੇ ਇੰਗਲਿਸ਼ ਵਿੱਚ ਵੀ ਲਿਖ ਲੈਣਾ ਚਾਹੀਦਾ, ਤਾਂ ਕਿ ਆਪਾਂ, ਕਿਉਂਕਿ ਆਪਣੇ ਕੁਐਸਚਨ ਪੇਪਰ ਦੇ ਦੋਨੋਂ ਸਾਈਡ, ਇੱਕ ਸਾਈਡ ਇੰਗਲਿਸ਼ ਇੱਕ ਸਾਈਡ ਪੰਜਾਬੀ ਹੋਊਗੀ, ਤਾਂ ਆਪਾਂ ਹਮੇਸ਼ਾ ਕੰਪੇਅਰ ਕਰਕੇ ਦੇਖ ਸਕਦੇ ਹਾਂ ਜੇ ਕੋਈ ਵੀ ਕਨਫਿਊਜ਼ਿੰਗ ਵਰਡ ਦੇ ਤੌਰ ਤੇ ਪਤਾ। ਜਦੋਂ ਇਹ ਬਿਲਕੁਲ ਸਪੇਸ ਵਿੱਚ ਹੁੰਦਾ, ਉਹਨੂੰ ਆਪਾਂ ਮੀਟੇਓਰੋਇਡ ਕਹਿੰਦੇ ਆ, ID ਵਾਲਾ। ਜਦੋਂ ਇਹ ਆਪਣਾ ਵਾਤਾਵਰਣ ਐਟਮੋਸਫੇਅਰ ਐਂਟਰ ਕਰ ਗਿਆ, ਇਹਨੂੰ ਆਪਾਂ ਮਿਟੀਓਰ ਕਹਿੰਦੇ ਆ। ਜਦੋਂ ਇਹ ਧਰਤੀ ਉੱਤੇ ਗਿਰਦਾ ਹੈ ਜੇ, ਇਹਨੂੰ ਆਪਾਂ ਮਿਟੀਓਰਾਈਟ ਕਹਿੰਦੇ ਆ। ਤਾਂ D
OR ਤੇ TE। इस तरीके नाल ये 3 ਅੱਡ-ਅੱਡ टर्मिनोलॉजी बन जाती है अंग्रेजी विच। ठीक है, पंजाबी विच इहदा ऑल्टरनेटिव नहीं बनाया होया हजे ली, तो इस कारण तुहानूं इदां नाल अंग्रेजी विच भी समझाना जरूरी सी। अच्छा, हुण एक चीज़ जिहड़ा आखिरी अपना सवाल इत्थे हैगा वो हैगा कि सिर्फ धरती उत्ते जिहड़ा अपना धरती अपना ग्रह है सिर्फ इत्थे ही लाइफ क्यों एग्जिस्ट करती है, मतलब बाकी ग्रहां ते लाइफ क्यों नहीं हैगी, सिर्फ धरती उत्ते ही क्यों आ। ठीक है, इदां दा की है, देखो हुंदा की है, हर तारे दी अपनी गर्मी है कि जे तारा ज्यादा वड्डा होगा, ज्यादा जल रहा होगा, उसकी गर्मी ज्यादा होगी। जिन्नी ज्यादा गर्मी हुंदी है आस-पास जिन्ने कोले प्लैनेट होंगे सारे जलन लग जाते। जिवें अपने इत्थे जिहड़ा मरकरी है, मरकरी लिटरली ਉਹਦੇ ਅੱਗ ਲੱਗੀ ਪਈ ਹੈ, ਉਹਦੇ ਸਰਫੇਸ ਤੇ ਅੱਗ ਲੱਗੀ ਰਹਿੰਦੀ ਹੈ ਲਗਾਤਾਰ, ਕਿਉਂਕਿ ਉਹ ਇੰਨਾ ਜ਼ਿਆਦਾ ਸੂਰਜ ਦੇ ਕੋਲੇ ਹੈ। ਪਰ ਜਿਹੜੇ ਆ ਬਿਲਕੁਲ ਹੀ ਪਿੱਛੇ ਪਲੈਨਟ ਹੈ ਇਹਨਾਂ ਤੇ ਬਰਫ਼ ਜੰਮੀ ਪਈ ਹੈ, ਇੰਨੇ ਠੰਡੇ ਪਏ। ਤਾਂ ਧਰਤੀ ਦੀ ਨਾ ਕਿਸਮਤ ਹੈ ਕਿ ਇਹ ਇੱਕ ਇਦਾਂ ਦੇ ਜ਼ੋਨ 'ਚ ਪੈਂਦੀ ਹੈ, ਇਦਾਂ ਦੇ ਇਲਾਕੇ 'ਚ ਪੈਂਦੀ ਹੈ ਜਿੱਥੇ ਨਾ ਜ਼ਿਆਦਾ ਗਰਮੀ ਹੈ ਨਾ ਜ਼ਿਆਦਾ ਠੰਡ ਹੈ। ਠੀਕ ਹੈ, ਇਹ ਇੱਕ ਇਦਾਂ ਦਾ ਇਲਾਕਾ ਪੈ ਗਿਆ ਜਿੱਥੇ ਜਿਹੜਾ ਆਪਣਾ ਤਾਪਮਾਨ ਉਹ ਬਿਲਕੁਲ ਬੈਲੈਂਸ ਹੋ ਗਿਆ ਜੀਵਨ ਲਈ, ਕਿ ਆਪਣਾ ਪੂਰਾ ਜੀਵ ਇੱਥੇ ਰਹਿ ਸਕਣ, ਇਹਦੇ ਲਈ ਤਾਪਮਾਨ ਬਿਲਕੁਲ ਬੈਲੈਂਸ ਹੋ ਗਿਆ, ਨਾ ਜ਼ਿਆਦਾ ਗਰਮੀ ਨਾ ਜ਼ਿਆਦਾ ਠੰਡ। ਠੀਕ ਹੈ, ਇਸ ਇਲਾਕੇ ਨੂੰ ਇਸ ਲਈ ਆਪਾਂ ਕਹਿ ਸਕਦੇ ਹਾਂ ਇੱਕ ਤਰੀਕੇ ਨਾਲ ਰਿਹਾਇਸ਼ੀ ਜ਼ੋਨ ਹੋ ਗਿਆ, ਜਿੱਥੇ देखो कई बार आप भी क्योंकि न्यूज़ विच पढ़ते होंगे हैं कि अपने विग्यानिकों ने कोई इदां दा एक ग्रह लभ्या जिथे शायद लाइफ हो सकती है, पर ਉਹਦਾ ਥੱਲੇ ਤੁਸੀਂ ਉਸ ਨਿਊਜ਼ 'ਚ ਪੜ੍ਹ ਕੇ ਦੇਖੋਗੇ ਉਹ ਡਿਸਟੈਂਸ ਆਪਣੇ ਤੋਂ 5 ਕਰੋੜ ਸਾਲ ਦੂਰ ਹੈ, मतलब बहुत दूर है। तो आप ਇੱਥੇ ਬਹਿ ਕੇ ਕਿੱਦਾਂ ਕਹਿ ਸਕਦੇ ਹਾਂ ਉਹਦੀ ਲਾਈਫ ਉੱਥੇ ਹੈਗੀ ਹੈ, ਕਿਉਂਕਿ ਆਪਾਂ ਕੀ ਕਰਦੇ ਹਾਂ, ਆਪਾਂ ਉਹ ਤਾਰਾ ਦੇਖਦੇ ਹਾਂ, ਤਾਰੇ ਦੀ ਗਰਮੀ ਕਿੰਨੀ ਹੈ, ਤਾਰੇ ਦਾ ਸਾਈਜ਼ ਕਿੰਨਾ ਉਹ ਦੇਖਦੇ ਹਾਂ, ਉਹਦੇ ਮੁਤਾਬਿਕ ਆਪਾਂ ਆਹ ਇਲਾਕਾ ਲੱਭਦੇ ਹਾਂ ਕਿ ਆਹ ਇਲਾਕਾ ਕਿੱਥੇ ਬਣੂਗਾ ਉਹਦਾ। ਮੈਥਮੈਟਿਕਲੀ ਆਪਾਂ ਇਹ ਕੈਲਕੂਲੇਟ ਕਰ ਲੈਂਦੇ ਹਾਂ, ਜਦੋਂ ਆਪਾਂ ਇਹ ਕੈਲਕੂਲੇਟ ਕਰ ਲਿਆ ਆਪਾਂ ਉਹਦੇ ਵਿੱਚ ਦੇਖਣਾ ਸ਼ੁਰੂ ਕਰਦੇ ਹਾਂ ਕਿ ਇੱਥੇ ਕੋਈ ਗ੍ਰਹਿ ਹੈਗਾ ਜਾਂ ਨਹੀਂ ਹੈਗਾ। ਜੇ ਉਹਦੇ ਵਿੱਚ ਕੋਈ ਗ੍ਰਹਿ ਹੈਗਾ ਫਿਰ ਆਪਾਂ ਡਿਸਾਈਡ ਕਰਦੇ ਹਾਂ ਕਿ ਅੱਛਾ ਇੱਥੇ ਲਾਈਫ ਹੋਣੀ ਚਾਹੀਦੀ ਕਿਉਂਕਿ ਉਹਦੇ ਵਿੱਚ ਆ ਗਿਆ। ਇਸ ਇਲਾਕੇ ਨੂੰ ਆਪਾਂ ਕਹਿੰਦੇ ਆ ਗੋਲਡੀਲੌਕ ਜ਼ੋਨ। ਗੋਲਡੀਲੌਕ ਜ਼ੋਨ ਇਹਦੀ ऑफिशियल ਜਿਹੜਾ ਟਰਮੀਨੋਲੋਜੀ ਦਾ ਵਰਡ ਹੈ ਉਹਨੂੰ ਆਪਾਂ ਕਹਿੰਦੇ ਆ ਗੋਲਡੀਲੌਕ ਜ਼ੋਨ। ਠੀਕ ਹੈ, ਕਲੀਅਰ ਹੈ। ਤੇ ਇਸ ਤਰੀਕੇ ਨਾਲ ਇਹ ਚੀਜ਼ ਹੁਣ ਇਹ ਸੀਗਾ ਅੱਜ ਦਾ ਆਪਣਾ ਲੈਕਚਰ। ਅਗਲੇ ਲੈਕਚਰ 'ਚ ਇਦੋਂ ਅੱਗੇ ਪੜ੍ਹਦੇ ਹੋਏ ਸੋਲਰ ਵਿੰਡਸ ਇਹ ਸਭ ਕੁਝ ਕੀ ਹੁੰਦਾ ਹੈ ਆਪਾਂ ਉਹਦੇ ਅੰਦਰ ਇਹ ਚੀਜ਼ਾਂ ਕਵਰ ਕਰਾਂਗੇ। ਮਿਲਦੇ ਹਾਂ ਅਗਲੇ ਲੈਕਚਰ 'ਚ। ਥੈਂਕ ਯੂ, ਸੀ ਯੂ।